ਪੰਜਾਬੀ ਬੋਲਦਾ ਤੇ ਪੰਜਾਬੀ ਸਿੱਖਦੀ ਆ ਜੀ। ਹਾਂਜੀ, ਕਿੰਨੀ ਕੁ ਜ਼ੁਬਾਨ ਸਿੱਖ ਗਈ, ਕਿਹੜੀਆਂ ਗੱਲਾਂ ਤੁਹਾਡੀ ਮੰਨਦੀ ਹੈ? ਜੋ ਵੀ ਇਹਨੂੰ ਮੈਂ ਕਹਿਤਾ ਨਾ ਆਪਦੇ ਸਮਝ ਨਾਲ ਵੀ ਜੋ ਮੈਂ ਆਪਦੇ ਕਾਰੋਬਾਰ ਦੇ ਵਿੱਚ ਅੱਗੇ ਜਾਣਾ, ਪਿੱਛੇ ਜਾਣਾ, ਜਾਂ ਇੱਧਰ ਜਾਣਾ ਜਾਂ ਉੱਧਰ ਜਾਣਾ, ਜੋ ਵੀ ਇਹ ਜਿਹੜੀ ਤੁਸੀਂ ਕਿੱਥੋਂ ਖਰੀਦੀ ਹੈ, ਇਹਦੀ ਕਿਹੜੀ ਨਸਲ ਆ ਤੇ ਇਹਨੂੰ ਤੁਸੀਂ ਨਿਆਣਿਆਂ ਵਾਂਗੂ ਪਾਲ ਕੇ ਤੇ ਕਿਵੇਂ ਸੁਧਾਰਿਆ, ਕਿਵੇਂ ਸਾਡੀ ਜ਼ੁਬਾਨ ਸਿਖਾਈ? ਇਹ ਤਕਰੀਬਨ 2 ਸਾਲ ਦੀ ਉਮਰ ਸੀ ਘੋੜੀ ਦੀ ਜੀ ਜੀ ਜਦੋਂ ਮੈਂ ਲਈ ਆ। 64,000 ਆਰਫਲ ਵਿੱਚ ਫੈਰ ਦਿਓਗੇ ਰਾਹ ਦੇ ਤੁਸੀਂ ਦੇਖ ਸਕਦੇ ਹੋ ਆਪੇ ਰਾਹ ਦੇ ਰਹੇ ਪਹਿਲੀ ਵਾਰੀ ਵੀਡੀਓ ਬਣਾਈ ਮੈਂ, ਬਾਬਾ ਜੀ ਸੀਗੇ ਟਾਂਡੇ ਲੈ ਕੇ ਆਏ ਜੀ ਤੇ ਮੈਂ ਬਾਬਾ ਜੀ ਦੇ ਮਗਰ ਠੀਕ ਹੈ। ਸਿਖਰ ਦੁਪਹਿਰਾ ਸੀ ਬਾਬਾ ਜੀ, ਇਹ ਵੀ ਆ ਪੈਰਾ ਧੁੱਪ ਪੂਰੀ ਲੱਗੀ ਹੋਈ ਸੀ। ਲੱਗੀ ਤੇ ਵੀ ਲੱਗੀ ਸੀ ਘੋੜੀ ਦੀ ਵੀਡੀਓ ਬਣਾ। ਮੈਂ ਕਿਹਾ ਜਾ ਕੰਮ ਕਰ ਜਾ ਕੇ। ਮੈਂ ਕਿਹਾ ਬਾਬਾ ਜੀ ਮੈਨੂੰ ਵੀਡੀਓ ਬਣਾਉਣ ਦਿਓ। ਨਹੀਂ ਕਹਿੰਦੇ ਭਾਈ ਪਿੱਛੇ ਹੋ ਜਾ, ਪਸੀਨਾ ਨਹੀਂ ਦੇਖਦਾ ਪਿਆ। ਮੈਂ ਇਗਨੋਰ ਕੀਤਾ। ਮੈਂ ਕਿਹਾ ਬਾਬਾ ਜੀ ਤੁਹਾਡੇ ਵਿੱਚ ਉਹ ਕੁਆਲਿਟੀ ਹੈਗੀ, ਤੁਹਾਡੀ ਘੋੜੀ 'ਚ ਉਹ ਕੁਆਲਿਟੀ ਹੈਗੀ ਆ ਕਿ ਇਹ ਬਹੁਤ ਦੂਰ ਤੱਕ ਜਾਏਗੀ ਇਨਸ਼ਾਅੱਲਾ। ਘੋੜੇ ਘਰ ਬਰਹਿਮਾ ਤੇ ਮੱਝਾਂ ਘਰ ਸੁਲਤਾਨਾ, ਤੇ ਹਰ ਬੰਦੇ ਦਾ ਕੰਮ ਇਹ ਨਹੀਂ ਦਾ ਸਾਹਮਣਾ। ਤੇ ਮੈਨੂੰ ਦੱਸ ਕੀ ਕਰਨਾ ਤੇ ਮੈਂ ਕਰਨਾ। ਇਹ ਚਲੋ ਜੀ, ਉਹ ਡੇਰੇ ਤੇ ਜਾਣਾ ਜੀ ਆਪਾਂ, ਉਹ ਡੇਰੇ ਤੇ ਜਾਣਾ ਜਾਣ ਦੇ ਵੀ। ਇਹਦੀ ਨਸਲ ਅੱਗੇ ਵਧਾਉਣ ਦੇ ਬਾਰੇ ਕੁਝ ਸੋਚਿਆ? ਸੋਚਿਆ ਜੀ ਅੱਗੇ ਇੱਕ ਵਾਰ ਇਹਨੇ ਬੱਚਾ ਦਿੱਤਾ ਸੀਦਾ, ਉਹ 3 ਮਹੀਨੇ ਦਾ ਹੋ ਗਿਆ, ਫੌਤ ਹੋ ਗਿਆ ਸੀ, ਬੱਚਾ ਇਹਦਾ ਮਰ ਗਿਆ ਸੀਦਾ। ਮੁੜ ਕੇ ਜੀ ਬਸ ਮੈਨੂੰ ਇਹਦਾ ਸ਼ੌਕ ਇਹ ਹੋਇਆ ਕਿ ਜੋ ਇਹਨੂੰ ਮੈਂ ਕਹਿੰਦਾ ਇਹ ਕਰਦੀ, ਮੈਂ ਕੀ ਲੈਣਾ। ਹੁਣ ਇੱਧਰ ਰੋਕ ਲਾ, ਇੱਧਰ ਰੋਕੋ ਰੇੜਾ ਮੋੜਨਾ, ਪਿੱਛੇ ਰੁਕ ਜਾ, ਪਿੱਛੇ ਮੋੜਨਾ, ਪੱਠੇ ਨਹੀਂ ਲਿਖੇ, ਖਾਜ ਨਹੀਂ ਲਿਖਣਾ, ਰੇੜਾ ਬਿਲਕੁਲ ਬੈਕ ਰੱਖ ਕੇ ਪਿੱਛੇ ਡਿੱਗ ਪਿਆ। ਉਹ ਤੇਰੀ ਖੈਰ ਤੇਰੀ ਜਿੰਦਾਬਾਦ। ਕੀ ਬਾਤ ਹੈ। ਬਾਤ ਮੇਰੀ ਬਣਨੀ ਚਾਹੀਦੀ ਸੀ। ਮੈਂ ਜਿੱਦੋਂ ਗਿਆ ਨਾ ਉਮਰੇ ਤੇ ਮੰਮੀ ਰੋ ਰਿਹਾ ਸੀ, ਘੋੜੀ ਵੀ ਮੇਰੀ ਰੋ ਰਹੀ ਸੀ। ਮੇਰਾ ਦਿਲ ਛੱਡ ਕੇ ਨਹੀਂ ਗਿਆ ਤੇ ਉਦੋਂ ਅੱਲਾ ਦਾ ਘਰ ਵੀ ਸਾਡਾ ਦਿਲ ਨਹੀਂ ਕਰਦਾ ਸੀ। ਤੇ ਇਹਨੂੰ ਮੈਂ ਪਿਆਰ ਦਾ ਰਸਾ ਕੀਤਾ, ਇਹਦੇ ਹਾਰ ਹੂਰ ਮੈਂ ਪਾਏ ਤੇ ਮੈਨੂੰ ਕਿਹਾ ਪੁੱਤਰ ਹੌਸਲਾ ਕਰ, ਮੈਂ ਆਇਆ। टीम वॉइस ऑफ पंजाब के साथ मैं हूं हाफिज खालिद और आज टीम वॉइस ऑफ पंजाब के एक खूबसूरत डिस्ट्रिक्ट विहाड़ी के अंदर मौजूद है। और ये इलाका वैसे तो तहसील आरिफ वाला का नज़दीक तरीन इलाका है। अगर मैं लोकेशन की बात करूं तो 173 173 ईबी ये गांव है। और ये वो खुशकिस्मत गांव है जहां के रहने वाले हैं मोहतरम जनाब गुलाम कुतुब रहमानी साहब। ये वो बुज़ुर्ग हैं जिन्होंने अपने जानवर को इंसानों की ज़ुबान के ऊपर लगाया हुआ है। माशाल्लाह अल्लाह ने इनको इतनी सलाहियत दी है कि इन्होंने अपनी इस घोड़ी को जो है ना वो हर वो ज़ुबान सिखाई है जो हम आम पंजाब के अंदर उर्दू या पंजाबी बोलते हैं। मज़ीद आज के व्लॉग के अंदर, आज की इस वीडियो के अंदर हम बाबा जी से जानेंगे कि उन्होंने इस जानवर को इंसानों की तरह रहना कैसे सिखाया है, इन्होंने कैसे ट्रेनिंग दी है इस जानवर को जो बाबा जी की हर बात मानते हैं। सोशल मीडिया के ऊपर आपने नाज़म भाई के अकाउंट के ऊपर देखा होगा कि बाबा जी की बहुत सी वीडियो जो है ना वो माशाल्लाह हज़ारों के अंदर व्यूज़ ले रही हैं। सिर्फ क्यों कि इस जानवर की वजह से। जानवर की उम्र कितनी है, ये कौन सी नस्ल है, बाबा जी के पास कब से रह रही है, और बाबा जी अभी रिसेंटली जो माशाल्लाह उम्रे की सादत हासिल करने के बाद पाकिस्तान वापस पहुँचे हैं। 15 दिन 20 दिन के बाद ये घोड़ी जो है बाबा जी से शदीद नाराज़ भी है और उदास भी है। ये कहानी भी बाबा जी से आज हम जानेंगे। जुड़े रहिए वॉइस ऑफ पंजाब के साथ। अस्सलाम वालेकुम। वालेकुम जी। बाबा जी की हाल है? अल्लाह का शुक्र जी, ठीक ठाक दुआ। ਬਾਬਾ ਜੀ ਬਹੁਤ ਸ਼ੁਕਰੀਆ, ਤੁਸੀਂ ਆਪਦਾ ਕੀਮਤੀ ਟਾਈਮ ਦਿੱਤਾ। ਸਭ ਤੋਂ ਪਹਿਲੇ ਵਾਇਸ ਆਫ ਪੰਜਾਬ ਦੀ ਟੀਮ ਵੱਲੋਂ ਤੁਹਾਨੂੰ ਉਮਰੇ ਦੀ ਸਾਦਤ ਮੁਬਾਰਕ ਹੋਵੇ। खैर मुबारक है जी, खैर मुबारक। बड़ी ਐਸਾ ਸਫ਼ਰ ਰਿਹਾ? ਮਾਸ਼ਾਅੱਲਾ ਅੱਲਾ ਦਾ ਬੜਾ ਸ਼ੁਕਰ ਹੈ ਜੀ। ਮੈਂ ਯਾਰ ਤਾਂ ਜਿੱਥੇ ਜਿੱਥੇ ਯਾਰ ਭੱਜ ਕੇ ਕੀਤੀਆਂ ਜੀ, ਤੇ ਜਵਾਨੀ ਬਾਰੇ ਤਾਂ ਉਮਰਾ ਜੀ, ਤੇ ਅੱਲਾ ਪਾਕ ਨੇ ਮੇਰੇ ਤੇ ਕੋਈ ਬਹੁਤ ਖਸੂਸੀ ਰਹਿਮਤ ਕੀਤੀ ਜਿਹੜਾ ਮੈਨੂੰ ਜਵਾਨੀ ਬਾਰੇ ਅੱਲਾ ਨੇ ਆਪਦਾ ਘਰ ਦਿਖਾ ਦਿੱਤਾ। ਬਾਬਾ ਜੀ ਕਿਤੇ ਸੋਚਿਆ ਸੀ ਅੱਲਾ ਤੁਹਾਨੂੰ ਆਪਦਾ ਘਰ ਦਿਖਾਏਗਾ? ਬਸ ਦੇਣ ਤਾਂ ਆਉਂਦੀ ਸੀ, ਲੇਕਿਨ ਇਹ ਸੋਚਦਾ ਵੀ ਪੈਸੇ ਹੈ ਨਹੀਂ, ਮੈਂ ਕਿੱਥੇ ਜਾਊਂਗਾ। ਦੁਆ ਕਰਦੇ ਹੁੰਦੇ ਸੀ ਤੇ ਦੁਆ ਕਰਦੇ ਹੁੰਦੇ ਵੀ ਅੱਲਾ ਤੂੰ ਆਪਦਾ ਘਰ ਦਿਖਾ ਦੇ। ਹੁਣ ਜਦੋਂ ਮੈਂ ਅੱਲਾ ਦੇ ਘਰ 'ਚ ਗਿਆ, ਅੱਲਾ ਅੱਗੇ ਦੁਆ ਕੀਤੀ ਵੀ ਯਾ ਅੱਲਾ ਪਾਕ, ਨਾ ਤੈਨੂੰ ਮੇਰੇ ਕੁਰਾਨ ਪੜ੍ਹਨ ਦੀ ਜਾਂ ਬਾਤਾਂ ਦੀ ਜਾਂ ਨਮਾਜ਼ਾਂ ਦੀ ਜ਼ਰੂਰਤ ਨਹੀਂ, ਤੂੰ ਮੈਨੂੰ ਆਦੇ ਸ਼ੌਕ ਨਾਲ ਬੁਲਾਇਆ। ਹੁਣ ਘੋੜੇ ਵਾਲੇ ਬਾਬੇ ਨਾਲ ਯਾਰੀ ਲਈ ਰੱਖੀ, ਕਦੀ ਮੇਰਾ ਸਾਲ 'ਚ ਕੋਈ ਸੱਦ ਲਿਆ, ਕਦੀ ਕੋਈ ਸੱਦ ਲਿਆ, ਤੇ ਉਹਦਾ ਸ਼ੁਕਰੀਆ ਅਦਾ ਕਰਕੇ ਆਇਆ ਜੀ ਅੱਲਾ ਦਾ। ਤੇ ਉਹ ਜਦੋਂ ਮੇਰਾ ਵੀਜ਼ਾ ਮੁੱਕ ਗਿਆ ਜੀ, ਬਾਬਾ ਜੀ ਚਲੇ ਜਾਓ, ਤੇ ਮੈਂ ਅੱਲਾ ਅੱਗੇ ਜਾਣ ਲੱਗਾ, ਰੋ ਕੇ ਵੀ ਐਂ ਦੁਆ ਵੀ ਕਰਕੇ ਮੈਨੂੰ ਫਿਰ ਮੌਲਾ ਕਰੀਮ ਆਦੇ ਘਰ 'ਚ ਫਿਰ ਬੁਲਾਵੀਂ। ਬਾਬਾ ਜੀ ਤੁਹਾਡੀ ਗੱਲ ਤੋਂ ਮੈਨੂੰ ਲਾਮਾ ਇਕਬਾਲ ਦਾ ਸ਼ੇਰ ਯਾਦ ਆ ਗਿਆ, ਜਿਹਦੇ 'ਚ ਲਾਮਾ ਇਕਬਾਲ ਨੇ ਸਿੰਪਲ ਲਫ਼ਜ਼ਾਂ 'ਚ ਕਿਹਾ ਹੈ, ਬੰਦਾ ਹੂੰ ਤੇਰਾ ਮਜ਼ਦੂਰ ਨਹੀਂ, ਕਿ ਅਗਰ ਤੁਸੀਂ ਇਬਾਦਤ ਕਰਦੇ ਹੋ ਤੇ ਉਹਦੇ ਵਾਸਤੇ ਉਹਨਾਂ ਨੂੰ ਸਾਡੀਆਂ ਨਮਾਜ਼ਾਂ ਦੀ ਜ਼ਰੂਰਤ ਨਹੀਂ, ਲੇਕਿਨ ਉਹ ਇਨਸਾਨ ਦਾ ਦਿਲ ਦੇਖਦਾ ਜੀ। ਮੇਰੇ ਸੋਹਣੇ ਰੱਬ ਨੇ ਬੜੀ ਮੇਰੇ ਤੇ ਕਰਮ ਨਵਾਜ਼ੀ ਕੀਤੀ ਜੀ। ਮੈਂ ਅੱਲਾ ਦੇ ਘਰ 'ਚ ਭੱਜ ਕੇ ਜ਼ਿਆਰਤਾਂ ਜਿੱਥੋਂ ਤੱਕ ਸੀ ਕੀਤੀਆਂ, ਤਵਾਫ ਕੀਤੇ, ਸਫਾ ਮਰਵਾ ਕੀਤਾ ਜੀ। ਤੇ ਮੈਨੂੰ ਉਹ ਰੇਹੜੀਆਂ ਵਾਲੇ ਕਹਿੰਦੇ ਬਾਬਾ ਤੈਨੂੰ ਭਾਲ ਗਈ ਰੇਹੜੀ, ਤੇ ਮੈਂ ਕਿਹਾ ਮੈਂ ਤਾਂ ਆਪ ਰੇਹੜੀ ਵਾਲਾ ਬੰਦਾ, ਮੈਂ ਕੀ ਬਣਾ, ਮੈਂ ਭੱਜ ਕੇ ਕੀਤੀਆਂ ਜੀ ਜ਼ਿਆਰਤਾਂ। डिस्ट्रिक्ट विहाड़ी तहसील बूरे वाले ਦਾ एक गांव 173 ईबी खुशकिस्मत गांव ਆ। ਇਸੇ ਤੇ ਪਿੰਡ ਨੂੰ ਵੀ ਕਿਹਾ ਜਾਂਦਾ ਘੋੜੀ ਵਾਲਾ ਪਿੰਡ। ਬਾਬਾ ਘੋੜੇ ਵਾਲਾ, ਬਾਬੇ ਘੋੜੇ ਵਾਲਾ ਪਿੰਡ। ਹਾਂਜੀ ਹਾਂਜੀ, ਕਿਹਾ ਗਿਆ ਜੀ।
ਹਾਂਜੀ ਬਾਬਾ ਜੀ ਉਮਰੇ ਤੋਂ ਮਾਸ਼ਾਅੱਲਾ ਵਾਪਿਸ ਆਏ ਹੋ, ਮਾਂ ਜੀ ਵੀ ਨਾਲ ਗਏ ਨੇ? ਹਾਂਜੀ ਨਾਲ ਗਿਆ ਜੀ, ਮੇਰੇ ਘਰ ਦੇ ਵੀ ਅੱਛਾ ਜੀ। ਮਾਸ਼ਾਅੱਲਾ ਦੋਵੇਂ ਜੀ ਗਏ ਆ ਜੀ। ਉਹਨਾਂ ਭਰਾਵਾਂ ਦਾ ਬਹੁਤ ਸ਼ੁਕਰੀਆ, ਦੋਸਤਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਜਿਹਨੂੰ ਸਾਨੂੰ ਨਾ ਜੀ ਇਸ ਮੰਜ਼ਿਲ ਮਕਸੂਦ ਤੇ ਦੁਆ ਕਰਕੇ ਪਹੁੰਚਾ ਦਿੱਤਾ। ਨਾਜ਼ਮ ਭਾਈ ਤੁਹਾਡੇ ਨਾਲ ਮਾਸ਼ਾਅੱਲਾ ਬੜੇ ਅਟੈਚ ਨੇ ਬਹੁਤ ਅੱਛੇ ਤੇ ਸਾਡੇ ਨਾਲ ਵੀ ਉਹਨਾਂ ਨੇ ਬੜਾ ਕੋਆਪਰੇਟ ਕੀਤਾ। ਨਹੀਂ ਜੀ, ਬਹੁਤ ਇਸ ਅੱਛਾ ਨਾਜ਼ਮ ਨੇ ਬੜੀ ਮੇਰੇ ਵਾਸਤੇ ਮਿਹਰਬਾਨੀ ਇਹਦੀ ਬੜਾ ਮੇਰੇ ਭਾਜਾ ਨਾਲ ਕੀਤਾ। ਹਰ ਬੰਦੇ ਨੂੰ ਮੇਰੇ ਤੋਂ ਗੁਫੀਆ ਜਾ ਕੇ ਬਾਬੇ ਸਪੋਰਟ ਕਰੋ, ਬਾਬੇ ਨੂੰ ਉਮਰਾ ਕਰਨ ਜਾਣਾ ਸਪੋਰਟ ਕਰੋ ਜੀ। ਇਹਦੀ ਮਿਹਰਬਾਨੀ ਜੀ ਨੇ ਮੈਨੂੰ ਇਸ ਮਕਸਦ ਮਕਸੂਦ ਤੇ ਪਹੁੰਚਾ ਦਿੱਤਾ ਜੀ। ਮਤਲਬ ਇੱਕ ਘੋੜੀ ਦੀ ਗੱਲ ਕੀਤੀ ਜਾਵੇ ਜਿੰਦੀ ਵਜ੍ਹਾ ਤੋਂ ਇਹ ਪਿੰਡ ਮਸ਼ਹੂਰ ਆ, ਨਾਜ਼ਮ ਭਾਈ ਨੇ ਤੁਹਾਨੂੰ ਮਾਸ਼ਾਅੱਲਾ ਪ੍ਰਮੋਟ ਕੀਤਾ ਤੇ ਅੱਜ ਬਾਬਾ ਘੋੜੇ ਵਾਲਾ ਮਸ਼ਹੂਰ ਆ। ਬਾਬੇ ਕੋਲੇ ਵਾਲਾ ਮਸ਼ਹੂਰ ਆ ਜੀ ਤੇ ਕੋਲ ਖੜਾ ਤੁਹਾਡੇ ਜੀ ਬਾਬਾ ਕੋਲ ਖੜਾ ਜੀ। ਬਾਬਾ ਜੀ ਕੰਮ ਕੀ ਕਰਦੇ ਹੋ? ਮੈਂ ਜੀ ਮਿਹਨਤ ਮਜ਼ਦੂਰੀ ਕੇ ਇੱਟਾਂ ਸਿੱਟਤੀਆਂ, ਕਿ ਰੇਤਾ ਸਿੱਟਤੀ, ਕਿ ਮਿੱਟੀ ਸਿੱਟਤੀ। ਫਿਰ ਉਸ ਤੋਂ ਬਾਅਦ ਹੀ ਕਾਫੀ ਦੇਰ ਤੋਂ ਮੇਰਾ ਨਾ ਆ ਗੁੜ ਵੇਚਣ ਦਾ ਧੰਦਾ, ਮੰਡੀ ਗੱਗੋ ਤੋਂ ਗੁੜ ਲੈਣਾ, ਪਿੰਡਾਂ 'ਚ ਫਰੋਖਤ ਕਰ ਦੇਣਾ, ਤਜਾਰਤ ਕਰਦੇ? ਤਜਾਰਤ ਕਰਦੇ ਆ ਜੀ। ਮਿਹਨਤ ਕਰਨ ਦਾ ਸ਼ੌਕ ਆ ਜੀ ਤੇ ਚਲੋ ਅੱਲਾਹ ਤਾਲਾ ਔਰ ਮਿਹਨਤ ਦਾ ਫਲ ਰੱਬ ਦਿੰਦਾ ਜੀ। ਬਾਬਾ ਜੀ ਕੌਮ ਦੇ ਰਹਿਮਾਨੀ ਹੋ ਤਾਂ ਸੁਣਿਆ ਗਿਆ ਰਹਿਮਾਨੀ ਜਿਹੜੇ ਨਾ ਜ਼ਿਆਦਾ ਉਹ ਗਧੇ ਰੱਖਦੇ ਨੇ, ਗਧੇ ਤੁਹਾਨੂੰ ਘੋੜਿਆਂ ਦਾ ਸ਼ੌਕ ਕਿੱਥੋਂ ਆ? ਮੈਨੂੰ ਘੋੜੇ ਦਾ ਸ਼ੌਕ ਇਦਾਂ ਆ ਗਿਆ ਜੀ ਕਿ ਆਪਣੇ ਨਬੀਆਂ ਦੀ ਸਵਾਰੀ ਸੀ ਇਹ ਜੀ, ਬੇਸ਼ੱਕ। ਤੇ ਇਹਨਾਂ ਦਾ ਮੁੜਕਾ ਅੱਲਾਹ ਦੇ ਨਬੀਆਂ ਨੇ ਕਿਹਾ ਪਾ ਕੇ, ਤੇ ਇਹਦੀ ਵਜ੍ਹਾ ਤੋਂ ਜੀ ਮੈਨੂੰ ਇੱਕ ਗੱਲ ਇਹਦੀ ਪਸੰਦ ਆਈ ਜੀ। ਮੈਂ ਬੜੀ ਦੇਰ ਤੋਂ ਰੱਖੀ ਕੋਲੇ ਘੋੜੀ ਰੱਖਣਾ ਸੁਨਨਤ ਆ, ਘੋੜਾ ਤਾਂ ਹਾਂ ਅੱਲਾਹ ਦੇ ਨਬੀਆਂ ਦੀ ਸੁਨਨਤ ਆ। ਫਿਰ ਜਦੋਂ ਮੈਂ ਫੇਰੀ ਕਰਦਾ ਨਾ ਜੀ, ਹਜ਼ਰਤ ਕਰਮ ਵਾਲੀ ਸਰਕਾਰ ਮੇਰੇ ਪੀਰ ਸਾਹਿਬ ਆ ਜੀ, ਉਹਨਾਂ ਤੋਂ ਮੈਂ ਇਜਾਜ਼ਤ ਲਈ ਵੀ ਮੈਂ ਛੋਟਾ ਸੀ, ਮੁੱਛ ਵਾਲੀ ਮੇਰੇ ਨਹੀਂ ਆ ਜਿਹੜਾ ਬੱਚਾ ਨਹੀਂ ਖੜਾ ਇਹ ਡੱਕ ਸੀ ਮੈਂ, ਤੇ ਮੈਂ ਕਿਹਾ ਜੀ ਮੈਨੂੰ ਫੇਰੀ ਦਾ ਸ਼ੌਕ ਆ। ਉਹਨਾਂ ਨੇ ਕਿਹਾ ਜੀ ਬੱਚਾ ਜੇ ਬੇਲੀਆ ਜੇ ਫੇਰੀ ਕਰਨੀ ਹੈ ਨਾ, ਤੀਸਰੇ ਕਲਮੇ ਦਾ ਜ਼ਿਕਰ ਕਰਕੇ ਫੇਰ ਜਿਹੜੇ ਤੇ ਬਹਿਣਾ। ਸੁਬਾਹ ਨਮਾਜ਼ ਪੜ੍ਹੀ, ਕੁਰਾਨ ਪੜ੍ਹਿਆ ਤੇ ਤੀਸਰੇ ਕਲਮਾ ਜ਼ਿਕਰ ਪੜ੍ਹ ਕੇ ਮੈਂ ਫੇਰੜੇ ਤੇ ਬਹਿਣਾ ਜੀ। ਸਾਰਾ ਦਿਨ ਮੈਨੂੰ ਨਜ਼ਰ ਆਉਂਦਾ ਮੇਰੀ ਮਾਂ ਵਾ, ਮੇਰੀ ਭੈਣ ਆ, ਮੇਰੀ ਧੀ ਆ, ਤੇ ਜਿਹਦੀ ਵਜ੍ਹਾ ਤੋਂ ਮੈਂ ਫੇਰੀ ਤੇ ਕਾਮਯਾਬ। ਬਾਬਾ ਜੀ ਮਾਸ਼ਾਅੱਲਾ ਦੁਨੀਆ ਪਿੰਡਾਂ 'ਚ ਕਰਦੀ ਆ ਜੀ। ਬਾਬਾ ਜੀ ਕਿੰਨੀ ਦੇਰ ਤੋਂ ਕਰ ਰਹੇ ਹੋ ਤਜਾਰਤ? ਮੈਂ ਜੀ 35-40 ਸਾਲ ਤੋਂ। ਇਹ ਘੋੜੀ ਜਿਹੜੀ ਤੁਸੀਂ ਕਿੱਥੋਂ ਖਰੀਦੀ ਹੈ, ਇਹਦੀ ਕਿਹੜੀ ਨਸਲ ਆ ਤੇ ਇਹਨੂੰ ਤੁਸੀਂ ਨਿਆਣਿਆਂ ਵਾਂਗੂ ਪਾਲ ਕੇ ਤੇ ਕਿਵੇਂ ਸੁਧਾਰਿਆ, ਕਿਵੇਂ ਸਾਡੀ ਜ਼ੁਬਾਨ ਸਿਖਾਈ? ਇਹ ਤਕਰੀਬਨ 2 ਸਾਲ ਦੀ ਉਮਰ ਸੀ ਜੀ ਘੋੜੀ ਦੀ ਜਦੋਂ ਮੈਂ ਲਈ ਆ। 64,000 ਆਰਫ ਵਾਲੇ ਵਿੱਚੋਂ 65 ਪੱਖੇ ਚੋਂ ਜਦੋਂ ਮੈਂ ਲੈ ਕੇ ਤੇ ਇਹਨੂੰ ਆਇਆ ਨਾ ਰਸਤੇ ਘਰੇ, ਤੈਨੂੰ ਪੱਠੇ ਪੁੱਠੇ ਪਾਏ, ਇਹਨੇ ਮੈਨੂੰ ਦੱਸਿਆ ਕਿ ਤੂੰ ਮੇਰੇ ਨਾਲ ਰਹਿਣਾ, ਮੈਂ ਤੇਰੇ ਨਾਲ ਰਹੂੰਗੀ। ਮੈਂ ਇਹਨਾਂ ਦੀ ਬੋਲੀ ਬਚਪਨ ਦਾ ਰਹਿਮਾਨੀ ਦਾ ਬੱਚਾ ਸੀਦਾ, ਤੇ ਇਹਦੀ ਗੱਲਬਾਤ ਮੈਂ ਸਮਝਦਾ ਸੀਦਾ ਵੀ ਇਹ ਮੈਨੂੰ ਕੀ ਕਹਿੰਦੀ, ਮੈਂ ਇਹਨੇ ਮੈਨੂੰ ਕੀ ਕਿਹਾ ਤੇ ਮੈਂ ਇਹਨੂੰ ਕੀ ਕਹਿਣਾ। ਫਿਰ ਚੱਲਦੀ ਇਹਨੂੰ ਮੈਂ ਬਾਹਰ ਫਿਰਦਾ ਰਿਹਾ, ਫਿਰ ਇਹਨੂੰ ਮੈਨੂੰ ਪੁੱਛਣਾ ਦੱਸਣਾ ਸੀ, ਮੈਂ ਇਹਨੂੰ ਪੁੱਛਣਾ ਜੋ ਇਹਨੂੰ ਮੈਂ ਜ਼ਬਾਨ 'ਚ ਆਦੀ ਕਹਿੰਦਾ ਇੱਧਰ ਨੂੰ ਚੱਲ, ਜਿਹੜਾ ਉਹ ਗੋੜਾ ਵਾਲਾ ਪਿੱਛੇ ਜਿਹੜਾ ਪਿੱਛੇ ਲੈ ਚੱਲ, ਅੱਗੇ ਲੈ ਚੱਲ, ਇਹ ਮੁਲਦੀ ਰਹੀ। ਇਹ ਨਾਜ਼ਮ ਭਾਈ ਨੇ ਵੀਡੀਓ ਬਣਾ ਲਈ ਜੀ। ਫਿਰ ਇਹ ਕੰਮ ਕਰਦੇ, ਨਹੀਂ ਪੁੱਤ ਨਹੀਂ ਮੈਂ ਕੋਲੇ ਨਹੀਂ ਖੜਾ ਤੇਰੇ। ਇਹ ਜੀ ਉਪਰਾ ਬੰਦਾ ਕੋਲੇ ਹੋਵੇ ਨਾ ਤੇ ਥੋੜਾ ਪੁੱਛਦੀ ਵੀ ਕਿਉਂ ਖੜਾ ਵਾ, ਤੇ ਇਹ ਇਹਨੂੰ ਸ਼ੱਕ ਪਈ ਆ। ਬਾਬਾ ਜੀ ਇਹਦਾ ਨਾਂ ਕੀ ਰੱਖਿਆ? ਹੀਰੋ ਘੋੜੀ ਆ ਮੇਰੀ ਜੀ। ਜੋ ਇਹਨੂੰ ਮੈਂ ਕਿਉਂ ਕਰੂਗੀ, ਤੁਸੀਂ ਕਹੀ ਜਾਓ, ਨਾਜ਼ਮ ਕਹੀ ਜਾਓ, ਮੇਰੇ ਬੇਟੇ ਜੋ ਮਰਜ਼ੀ ਕਹਿਣ, ਕੋਈ ਬੰਦਾ ਕਹੀਏ। ਜਦੋਂ ਮੈਂ ਪਿੰਡਾਂ 'ਚ ਗੁੜ ਵਿੱਚ ਜਾਣਾ, ਛੋਟੇ ਬੱਚੇ ਨਹੀਂ ਆਹ ਇਹ ਫਿਰ ਸੋਟੀ ਵੀ ਮਾਰ ਜਾਂਦੇ ਆਣ ਕੇ, ਕੋਈ ਉਹਦਾ ਵੀ ਇਹਨੂੰ ਟੱਕ ਲੈਂਦੇ, ਕੋਈ ਉਹਦਾ ਕਹਿੰਦੇ ਚਲੀਏ, ਕਦੀ ਨਹੀਂ ਜਾਣਾ ਜੇ ਤੱਕ ਬਾਬੇ ਨਾਲ। ਫਿਰ ਇਹ ਪਿੱਛਾ ਪਾਉਂਗੇ ਤਾਂ ਮੇਰੇ ਵੱਲ ਵੇਖ, ਮੈਂ ਇੱਧਰ ਹੋਊਗਾ ਨਾ, ਆਹ ਵੇਖੋ ਹੁਣ ਮੇਰੇ ਵੱਲ ਵੇਖੂਗੀ, ਵੇਖਦੀ ਆ ਨਾ ਮੇਰੇ ਵੱਲ, ਤੇ ਇਹ ਮੇਰੇ ਵੱਲ ਵੇਖਦੀ ਆ। ਤੇ ਫਿਰ ਜੋ ਇਹਨੂੰ ਮੈਂ ਕਿਹਾ ਇਹਨੇ ਮੇਰੇ 'ਚ ਕੰਨ ਰੱਖਣਾ, ਬਾਬੇ ਨੇ ਜੋ ਕਿਹਾ ਮੈਂ ਉਹ ਮੰਨਣੀ ਆ। ਇਹ ਜੀ ਮੇਰੇ ਕੋਲ ਹੁਣ 10-12 ਸਾਲ ਤੋਂ 13 ਸਾਲ ਤੋਂ ਆ ਰਹੀ ਹੈ, ਤੇ ਮੈਨੂੰ ਵੇਚ ਨਹੀਂ ਰਿਹਾ। ਬਾਬਾ ਜੀ ਵੈਸੇ ਇਹਦੇ ਲੈਣ ਵਾਲੇ ਕਸਟਮਰ ਤੇ ਗਾਹਕ ਚਾਹਣ ਵਾਲੇ ਬੜੇ ਆ ਜੀ ਮਾਸ਼ਾਅੱਲਾ। ਮੈਨੂੰ ਪੈਸੇ ਦਿੰਦੇ ਆ ਜੀ, ਮੈਂ ਕਦੀ 3 ਲੱਖ ਲੈ ਲਾ ਜੀ, 2 ਲੱਖ ਲੈ ਲਾ ਜੀ, 3 ਲੱਖ ਲੈ ਲਾ, 5 ਲੱਖ ਲੈ ਲਾ। ਕੱਲ ਇੱਕ ਬੰਦਾ ਆਇਆ ਨਾ ਬਾਬਾ 6 ਲੱਖ ਲੋੜ, ਮੈਂ ਕਿਹਾ ਮੈਂ ਅੱਲਾ ਦਾ ਘਰ ਵੇਖਿਆ, ਮੈਨੂੰ ਪੈਸੇ ਨਹੀਂ ਚਾਹੀਦੇ। ਦੁਆ ਕਰਨ ਨੂੰ ਤੰਦਰੁਸਤੀ ਦੇਵੇ, ਜ਼ਿੰਦਗੀ ਦੇਵੇ, ਮਰਨ ਜਿਉਣ ਮੇਰੇ ਬੂਹੇ ਤੇਰਾ। ਬਾਬਾ ਜੀ ਤੁਸੀਂ ਇਹਨੂੰ ਖਰੀਦਣ ਵਾਸਤੇ 65 ਬੱਖਾ ਆਰਿਫ ਵਾਲਾ ਗਏ ਹੋ, ਤੁਹਾਨੂੰ ਪਤਾ ਸੀ ਇਹ ਕਿਹੜੀ ਨਸਲ ਦੀ ਘੋੜੀ ਹੈ? ਹਾਂਜੀ, ਇਹ ਤੇ ਜਦੋਂ ਘੋੜੀ ਖੜੀ ਵੇਖੀ ਨਾ ਮੈਂ ਕਿਲੇ ਤੇ, ਮੈਨੂੰ ਉਦੋਂ ਮਹਿਸੂਸ ਹੋਇਆ ਵੀ ਅਰਬੀ ਨਸਲ ਦੀ ਆ, ਦੇਸੀ ਘੋੜੀ, ਪਿਓਰ ਨਸਲ ਦੀ ਘੋੜੀ ਆ। ਇਹ ਮੇਰੀ ਗੱਲ ਸਮਝੂਗੀ। ਇਹਦਾ ਕਲਰ ਵੀ ਮੈਨੂੰ ਪਸੰਦ ਲੱਗਾ ਜੀ, ਇਹਦਾ ਕੱਦ ਸ਼ਾਨ ਬੁੱਤ ਵੀ ਮੈਨੂੰ ਸੋਹਣਾ ਲੱਗਾ, ਪਿਆਰਾ ਲੱਗਾ ਜੀ। ਪਿਆਰੇ ਦੀ ਵਜ੍ਹਾ ਤੋਂ ਮੈਂ ਪੈਸੇ ਵੀ ਜ਼ਿਆਦਾ ਭਰਤੇ, ਉਦੋਂ ਇਹਨੇ ਦੀ ਨਹੀਂ ਜਦੋਂ ਮੈਂ ਲਈ ਆ। ਤੁਸੀਂ 15 ਦਿਨ ਉਮਰੇ ਤੇ ਰਹਿ ਕੇ ਆਏ ਹੋ, ਤੁਹਾਡੇ ਤੋਂ ਕਿੰਨੀ ਕੁ ਉਦਾਸ ਹੋਈ? ਇਹ ਜੀ ਮੈਂ ਜਦੋਂ ਗਿਆ ਨਾ ਉਮਰੇ ਤੇ ਮੰਮੀ ਰੋ ਰਿਹਾ ਸੀ, ਘੋੜੀ ਵੀ ਮੇਰੀ ਰੋ ਰਹੀ ਸੀ। ਮੇਰਾ ਦਿਲ ਛੱਡ ਕੇ ਨਹੀਂ ਗਿਆ, ਤੇ ਉਦੋਂ ਅੱਲਾ ਦਾ ਘਰ ਵੀ ਸਾਡਾ ਦਿਲ ਨਹੀਂ ਕਰਦਾ ਸੀ। ਤੇ ਇਹਨੂੰ ਮੈਂ ਪਿਆਰ ਦਾ ਰਸਾ ਕੀਤਾ, ਇਹਦੇ ਹਾਰ ਹੂਰ ਮੈਂ ਪਾਏ, ਤੇ ਮੈਨੂੰ ਕਿਹਾ ਪੁੱਤਰ ਹੌਸਲਾ ਕਰ, ਮੈਂ ਆਇਆ। ਜੋ 5-6 ਦਿਨ ਸੀ ਨਾ ਮੈਨੂੰ ਗਏ ਨੂੰ, ਇਹਨੇ ਪੱਠੇ ਨਹੀਂ ਖਾਦੇ। ਉਹ ਜਿਹੜਾ ਭਾਈ ਨਾਜ਼ਮ ਆ, ਇਹਨੇ ਇੱਕ ਦਿਨ ਫੋਨ ਕੀਤਾ ਮੈਨੂੰ, ਬਾਬਾ ਤੇਰੀ ਘੋੜੀ ਪੱਠੇ ਨਹੀਂ ਖਾ ਰਹੀ। ਮੈਂ ਇਹਨੂੰ ਫਿਰ ਉੱਥੇ ਕਿਹਾ ਜੀ ਬਾਬਿਆਂ ਨੂੰ ਵੀ ਆਵਾਜ਼ ਓਪਨ ਕਰਕੇ ਨਾ ਮੈਂ ਬੈਲ ਦੀ ਘੋੜੀ ਦੇ ਕੋਲੇ ਚੱਲ। ਮੈਂ ਘੋੜੀ ਨੂੰ ਆਵਾਜ਼ ਮਾਰੀ, ਹੀਰੋ ਗੱਲ ਸੁਣ ਮੇਰੀ, ਇਹ ਵੇਖੋ ਚੁੱਕ ਲਿਆ ਨਾ ਕੰਨ 4 ਫੇਰੇ, ਇੱਦਾਂ ਕੰਨ ਚੁੱਕ ਕੇ ਇਹਨੇ ਮੈਨੂੰ ਵੇਖਿਆ 4 ਫੇਰਾ ਬਾਬਾ ਕਿੱਧਰੋਂ ਬੋਲਿਆ, ਤੇ ਮੈਂ ਫਿਰ ਉੱਚੀ ਮੈਂ ਬੈਲ ਦੇ ਵਿੱਚ ਆਵਾਜ਼ ਓਪਨ ਕਰਕੇ ਫਿਰ ਇਹਨੇ ਥੋੜ੍ਹੇ ਜਿਹੇ ਪੱਠੇ ਖਾਧੇ। ਫਿਰ ਫਿਰਦੀ ਰਹੀ, ਫਿਰ ਮੇਰੀ ਫੋਨ 'ਤੇ ਨਾਲ ਗੱਲ ਕੀਤੀ। ਜੋ ਦਾਸ ਹੁੰਦੇ ਸੀ ਨਾ, ਨਾਜ਼ਮ ਭਾਈ ਇਹਦੀ ਫੋਨ 'ਤੇ ਮੇਰੀ ਗੱਲ ਕਰਾਉਂਦਾ ਸੀਗਾ, ਵੀਡੀਓ ਕਾਲ ਤੇ। ਫਿਰ ਇਹਨੂੰ ਮੈਂ ਦੱਸਦਾ, ਫਿਰ ਇਹ ਮੇਰੀ ਤਸਵੀਰ ਵੀ ਵੇਖ ਲੈਂਦੀ ਸੀ ਅੰਦਰ ਘਰੇ। ਫਿਰ ਇਹਨੂੰ ਮੈਂ ਦੇਰੀ ਵਿੱਚ ਆਵਾਜ਼ ਬੂਝ ਦਿੰਦਾ ਸੀ, ਫਿਰ ਪੱਠੇ ਖਾ ਲੈਂਦੀ। ਬੱਚੇ ਆ ਵੇਖੋ ਉਦੋਂ ਲੱਸੀ ਬਹੁਤ ਹੋਈ ਆ ਅੱਗੇ ਨਾਲੋਂ, ਬੋਲੀ ਨੇ ਪੱਠੇ ਜਾਨ ਰੱਖ ਜੇ। ਹੁਣ ਮੈਂ ਮਾਸ਼ਾਅੱਲਾ ਉਮਰ ਤੋਂ ਆ ਗਿਆ ਜੀ। ਫਿਰ ਮੈਨੂੰ ਕੋਈ ਬਿਆਦਰੀ ਦਾ ਕੰਮ ਸੀ, ਮੈਂ ਉੱਥੇ 4-5 ਦਿਨ ਤੋਂ ਆਇਆ,
ਤੇ ਫਿਰ ਵੀ ਅਰਦਾਸੀ ਕਰ ਗਈ ਹੈ। ਜਦੋਂ ਮੈਂ ਉਮਰੇ ਤੋਂ ਘਰੇ ਆਇਆ ਨਾ ਜੀ ਰਾਤ 11 ਵਜੇ ਬਾਹਰ ਛੜੇ ਤੇ ਘੋੜੀ ਨੂੰ ਆਵਾਜ਼ ਆਈ ਵੀ ਬਾਬਾ ਆ ਗਿਆ ਬਾਹਰ, ਬਾਬਾ ਆ ਗਿਆ ਘਰੇ। ਤੇ ਮੈਂ ਫਿਰ ਅੱਲਾ ਖੈਰ ਕਰੀ ਜੀ, ਮੈਂ ਆਪਦੇ ਜੀਆਂ ਨੂੰ ਬੱਚੇ ਬੱਚੀਆਂ ਪੋਤੇ ਪੋਤੀਆਂ ਮੇਰੇ ਬੜੇ ਭੱਜ ਕੇ ਬਾਬੇ ਨੂੰ ਮੈਂ ਕਿਹਾ ਮੈਂ ਪਹਿਲਾਂ ਘੋੜੀ ਨੂੰ ਮਿਲ ਲਵਾਂ। ਫਿਰ ਇਹ ਕਿੱਲੇ ਤੋਂ ਲਿਆਂਤੀ ਚਾਨਣੇ ਬਲਬ ਦੇ, ਇਹ ਫਿਰ ਮੈਨੂੰ ਵੇਖ ਕੇ ਰੋ ਪਈ ਵੀ ਬਾਬਾ ਤੋਂ ਮੈਂ ਕਿਹਾ ਪੁੱਤ ਕਿਉਂ ਰੋਨੀ ਆ, ਦਿਲਾਸਾ ਕਿ ਮੈਂ ਹੁਣ ਆ ਗਿਆ, ਹੁਣ ਤੈਨੂੰ ਛੱਡਦਾ, ਹੁਣ ਮੈਂ ਤੇਰੇ ਕੋਲੇ ਆ ਗਿਆ। ਇਹਨੂੰ ਮੈਂ ਇਹਦਾ ਪਿਆਰ ਦਿਲਾਸਾ ਦਿੱਤਾ ਹੀ ਫਿਰ ਤੇਰਾ ਪਿਆਰ ਪੁਰ ਕੀਤਾ ਤੇ ਉਦੋਂ ਦੀ ਮਾਸ਼ਾਅੱਲਾ ਹੁਣ ਦਿਲ ਆ ਗਿਆ ਹੈ ਤੇ ਹੁਣ ਮੇਰੇ ਨਾਲ ਪਿਆਰ ਕਰਦੀ ਆ ਜੀ। ਬਾਬਾ ਜੀ ਤੁਸੀਂ ਇਹਦੀ ਦਿਓ, ਤੁਹਾਨੂੰ ਚੁੰਮੀਆਂ ਵੀ ਦਿੰਦੀ ਆ ਹਾਂਜੀ। ਤੁਹਾਡੇ ਕਹਿਣ ਤੇ। ਆ ਲਓ ਜੀ ਆਹ ਦੇਖੋ ਜੀ ਜੋ ਇਹਨੂੰ ਮੈਂ ਕਿਹਾ ਉਹ ਕਰੂਗੀ ਮੇਰੇ ਨਾਲ ਜੀ। ਬਾਬਾ ਜੀ ਇਹਦੀ ਨਸਲ ਅੱਗੇ ਵਧਾਉਣ ਦੇ ਬਾਰੇ ਕੁਝ ਸੋਚਿਆ? ਸੋਚਿਆ ਜੀ ਅੱਗੇ ਇੱਕ ਵਾਰ ਇਹਨੇ ਬੱਚਾ ਦਿੱਤਾ ਸੀਦਾ, ਉਹ 3 ਮਹੀਨੇ ਦਾ ਹੋ ਕੇ ਫੌਤ ਹੋ ਗਿਆ ਸੀਦਾ, ਬੱਚਾ ਇਹਦਾ ਮਰ ਗਿਆ ਸੀਦਾ। ਮੁੜ ਕੇ ਜੀ ਬਸ ਮੈਨੂੰ ਇਹਦਾ ਸ਼ੌਕ ਇਹ ਹੋਇਆ ਕਿ ਜੋ ਇਹਨੂੰ ਮੈਂ ਕਹਿੰਦਾ ਇਹ ਕਰਦੀ ਮੈਂ ਕੀ ਲੈਣਾ। ਬਾਬਾ ਜੀ ਤੁਸੀਂ ਇਹਨੂੰ ਰੇੜੀ 'ਚ ਲਗਾ ਕੇ ਇਸਤੇਮਾਲ ਕਰਦੇ ਹੋ, ਕਿਤੇ ਸਵਾਰੀ ਕੀਤੀ ਨਹੀਂ ਉੱਤੇ ਬੈਠ? ਵਾਰੀ ਕਰ ਲੈਣਾ ਮੈਂ ਕਰ ਸਕਦਾ, ਹੋਰ ਸਾਡਾ ਬੱਚਾ ਜਾਂ ਕੋਈ ਹੋਰ ਬੰਦਾ ਨਹੀਂ ਕਰ ਸਕਦਾ। ਬੈਠ ਨਹੀਂ ਦਿੰਦੀ? ਨਹੀਂ ਦਿੰਦੀ ਭੈਣ ਜੀ, ਮੈਂ ਜੋ ਇਹਨੂੰ ਮੈਂ ਕਹਿੰਦੇ ਨੇ ਉਹ ਕੰਮ ਕਰਨਾ ਜੀ। ਇਸ ਟਾਈਮ ਇਹਦੀ ਉਮਰ ਕਿੰਨੀ ਹੈ? ਇਸ ਉਮਰ ਇਹਦੀ ਉਮਰ ਹੈਗੀ ਹੈ ਜੀ ਤਕਰੀਬਨ 10 ਸਾਲ ਦੀ 12 ਸਾਲ ਦੀ। ਇਹ ਘੋੜੀ ਦੀ ਉਮਰ 25 ਸਾਲ ਹੈ ਜੀ। ਘੋੜਾ ਹੋਵੇ ਜਾਂ ਘੋੜੇ ਹੋਵੇ 25 ਸਾਲ ਤੋਂ ਬਾਅਦ ਇਹ ਖਤਮ ਹੋ ਜਾਂਦਾ ਜੀ। ਤੇ ਇਹਦੀ ਤਕਰੀਬਨ 13 14 12 14 ਸਾਲ ਦੀ ਉਮਰ ਹੈਗੀ ਹੈ ਜੀ। ਤੇ ਮਾਸ਼ਾਅੱਲਾ 10 11 ਸਾਲ ਮੇਰੇ ਕੋਲ ਰਹਿ ਸਕਦੀ ਹੈ। ਕਿੰਨੀ ਦੇਰ ਲਾ ਕੇ ਇਹਨੂੰ ਸਿਖਾਇਆ ਤੁਸੀਂ, ਔਰ ਪੰਜਾਬੀ ਜ਼ਿਆਦਾ ਸਿੱਖਦੀ ਹੈ ਜਾਂ ਉਰਦੂ ਬੋਲਦੀ? ਨਹੀਂ ਜੀ ਮੈਂ ਪੰਜਾਬੀ ਬੋਲਦਾ ਤੇ ਪੰਜਾਬੀ ਸਿੱਖਦੀ ਹੈ ਜੀ। ਹਾਂਜੀ ਕਿੰਨੀ ਕੁ ਜ਼ੁਬਾਨ ਸਿੱਖ ਗਈ, ਕਿੰਨੀਆਂ ਕਿੰਨੀਆਂ ਗੱਲਾਂ ਤੁਹਾਡੀ ਮੰਨਦੀ ਹੈ? ਜੋ ਵੀ ਇਹਨੂੰ ਮੈਂ ਕਹਿਤਾ ਨਾ ਆਪਦੇ ਸਮਝ ਨਾਲ ਵੀ ਜੋ ਮੈਂ ਆਪਦੇ ਕਾਰੋਬਾਰ ਵਿੱਚ ਅੱਗੇ ਜਾਣਾ ਪਿੱਛੇ ਜਾਣਾ ਜਾਂ ਇੱਧਰ ਜਾਣਾ ਜਾਂ ਉੱਧਰ ਜਾਣਾ, ਜੋ ਵੀ ਮੈਂ ਕਹਿਣਾ ਸ਼ਹਿਰ ਚਲੀ ਜਾਵੇ ਗੱਡੀਆਂ ਦੇ ਵਿੱਚ ਕਰਾਖਤਨ ਦੇ ਵਿੱਚ ਮੈਂ ਉੱਤੇ ਹੋਵਾਂ ਜਾਂ ਨਾ ਹੋਵਾਂ, ਇਹਨੇ ਨਾ ਜੋ ਮੈਨੂੰ ਕਿਹਾ ਇਹਨੇ ਉਹ ਕਰਨਾ। ਮੰਡੀ ਦੇ ਵਿੱਚ ਬੱਚੇ ਛੇੜਦੇ ਲੋਕ ਆੜਤੀਏ ਇਹਨੂੰ ਹਿਲਾਉਂਦੇ ਜਲਾਉਂਦੇ ਤਾਂ ਕਹਿੰਦੇ ਨਹੀਂ ਵੀ ਬਾਬਾ ਹੈ ਨਹੀਂਗਾ, ਇਹ ਸਿਰ ਮਾਰਦੇ ਬਾਬਾ ਆਊ ਤਾਂ ਫਿਰ ਚੱਲਣਾ ਮੈਂ ਤੇ ਨਹੀਂ ਯਾਦ ਕਰ ਲਈ। ਜੇ ਪਿੰਡਾਂ ਜਾਣਾ ਤਾਂ ਪਿੰਡਾਂ 'ਚ ਵੀ ਲੋਕ ਮੈਨੂੰ ਪੁੱਛਦੇ ਬਾਬਾ ਘੋੜੀ ਨੂੰ ਕਹਿ ਕੁਛ, ਮੈਂ ਕਿਹਾ ਯਾਰ ਤੇ ਮੈਂ ਸੌਦਾ ਦੇ ਲਾਂ ਗਾਹਕਾਂ ਨੂੰ, ਗਾਹਕ ਕੋਲੇ ਖੜੇ ਆ ਤੇ ਫਿਰ ਜੋ ਮੈਨੂੰ ਕਿਹਾ ਉਹ ਫੇਰ ਕਰੋਗੇ। ਇਹ ਫਿਰ ਜੋ ਮੈਂ ਸੌਦਾ ਲੈਣਾ ਨਾ ਇਹ ਫਿਰ ਕੰਨ ਚੁੱਕ ਕੇ ਪੁੱਛਦੀ ਮੈਨੂੰ ਵੀ ਚੱਲੀਏ, ਫਿਰ ਇਹਨੂੰ ਮੈਂ ਕਹਿੰਦਾ ਹਾਂਜੀ ਚੱਲੀਏ, ਫਿਰ ਚੱਲਦੀ ਹੈ। ਬਾਬਾ ਜੀ ਤੁਹਾਡੇ ਕਿੰਨੇ ਬੱਚੇ ਨੇ? 3 ਬੇਟੇ 3 ਬੇਟੀਆਂ, ਮੇਰੇ ਸਾਰੇ ਵਿਆਹਲੇ ਆ ਜੀ। ਤੇ ਤੁਹਾਡੇ ਬੇਟਿਆਂ ਨੂੰ ਵੀ ਸ਼ੌਕ ਹੈਗਾ, ਉਹਨਾਂ ਦੀ ਵੀ ਗੱਲ ਮੰਨਦੀ ਹੈ ਕਿ ਬਸ ਤੁਹਾਡੀ ਮੰਨਣੀ ਹੈ? ਮੰਨਦੀ ਨਹੀਂ, ਸ਼ੌਕ ਉਹਨਾਂ ਨੂੰ ਵਾਹੁਣ ਦਾ ਹੈਗਾ, ਪੱਠੇ ਪਾਉਣ ਦਾ ਸ਼ੌਕ ਆ, ਝਾੜਨ ਪੁੰਜਾਂ ਦਾ ਇਹਨੂੰ ਖਰਕਰਾ ਫਿਰਨ ਦਾ ਸ਼ੌਕ ਆ, ਇਹਦਾ ਪਿਆਰ ਕਰਦੇ ਆ। ਲੇਕਿਨ ਗੱਲ ਇਹ ਆ ਵੀ ਮੰਨਦੀ ਇਹਨਾਂ ਦੀ ਘੱਟ ਹੀ ਹੈ। ਮੰਨਦੀ ਤੁਹਾਡੀ ਹੈ? ਮੰਨਦੀ ਮੇਰੀ ਜ਼ਿਆਦਾ ਜੀ। ਹਾਂਜੀ ਜਾਂ ਬਹੁਤ ਫਰਜ਼ ਕੀਤਾ ਨਾ, ਕੋਈ ਮੇਰੇ ਘਰ ਵਾਲੀ ਨੇ ਕੋਈ ਗੱਲ ਕਹੀ ਨਾ ਇਹਨੂੰ ਕੋਈ ਥੋੜਾ ਬਹੁਤਾ ਉਹਦਾ ਖਿਆਲ ਕਰਦੀ, ਕਿਉਂ ਵੀ ਕਿਤੇ ਪੱਠੇ ਪੁੱਠੇ ਪਾਉਂਦੀਆਂ ਨਾ ਪਿਆਰ ਕਰਦੀ। ਅਸੀਂ ਦੋਵੇਂ ਜੀ ਨਾਲ ਪਿਆਰ ਬਹੁਤ ਕਰਦੇ ਹਾਂ। ਬਾਬਾ ਜੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਵੀਡੀਓ ਤੋਂ ਮਿਲਿਆ ਚੜ੍ਹਦੇ ਪੰਜਾਬ ਤੋਂ, ਸਾਡੇ ਇੰਡੀਆ ਵਾਲੇ ਪੰਜਾਬ ਤੋਂ ਲੋਕ ਤੁਹਾਨੂੰ ਬਹੁਤ ਲਾਈਕ ਕਰਦੇ ਨੇ ਤੇ ਇਹ ਘੋੜੀ ਨੂੰ ਬਹੁਤ, ਹੀਰੋ ਨੂੰ ਬਹੁਤ ਪਸੰਦ ਕਰਦੇ ਨੇ। ਤੇ ਕੈਸੇ ਕੈਸੇ ਕਮੈਂਟ ਆਉਂਦੇ ਨੇ ਤੁਹਾਨੂੰ ਉਧਰ ਲੋਕਾਂ ਦੇ? ਸਾਨੂੰ ਜੀ ਬਸ ਲੋਕ ਜੀ ਉਹ ਭਾਈ ਨਾਜ਼ਮ ਦੇ ਮੋਬਾਈਲ 'ਚ, ਮੈਂ ਤਾਂ ਅਨਪੜ੍ਹ ਜੀ, ਮੈਂ ਤਾਂ ਕਦੀ ਵੇਖੇ ਤੇ ਇਹ ਜਦੋਂ ਕਿਤੇ ਆ ਜਾਂਦੇ ਨਾ ਤੇ ਮੈਨੂੰ ਇਹ ਯਾਦ ਕਰ ਲੈਂਦਾ ਬਾਬਾ ਜੀ ਆ ਜਾਓ ਮੇਰੇ ਕੋਲੇ, ਥੋੜਾ ਜਿਹਾ ਨਾਮ ਸ਼ਨਾਮ ਆ ਤੇ ਮਾਸ਼ਾਅੱਲਾ ਮੈਨੂੰ ਦੇ ਦਿੰਦਾ ਜੀ। ਅੱਛਾ ਜੀ। ਹਾਂਜੀ ਇਹ ਇਮਾਨਦਾਰੀ ਨਾਲ, ਬਹੁਤ ਅੱਛਾ ਇਮਾਨਦਾਰੀ ਨਾਲ ਮੇਰੇ ਨਾਲ ਚੱਲਦਾ ਜੀ। ਬਾਬਾ ਜੀ ਬਹੁਤ ਸਾਰੇ ਲੋਕ ਪਾਕਿਸਤਾਨ, ਲਹਿੰਦੇ ਪੰਜਾਬ, ਚੜ੍ਹਦੇ ਪੰਜਾਬ 'ਚ ਘੋੜੇ ਪਾਲਣ ਵਾਲੇ ਅੱਜ ਵੀ ਹੈਗੇ ਨੇ, ਜਿਹੜੇ ਘੋੜਿਆਂ ਪਾਲਣ ਦਾ ਸ਼ੌਕ ਰੱਖਦੇ ਨੇ ਔਰ ਇਹਨਾਂ ਨੂੰ ਸੁਧਾਰਨਾ ਚਾਹੁੰਦੇ ਨੇ। ਉਹਨਾਂ ਦੇ ਨਾਮ ਕੀ ਪੈਗਾਮ ਦਿਓਗੇ ਘੋੜੇ ਨੂੰ ਸੁਧਾਰਨ ਵਾਸਤੇ, ਸਿਖਾਉਣ ਵਾਸਤੇ ਕੀ ਤਰੀਕੇਕਾਰ? ਇਹ ਹਰ ਬੰਦੇ ਨੂੰ ਗੱਲ ਨਹੀਂ ਦੱਸੀ ਜਾਂਦੀ ਜੀ, ਹਰ ਬੰਦੇ ਅੱਜ ਦੱਸਣੀ ਪੈ ਗਈ। ਦੱਸਣੀ ਪੈ ਤੇ ਮੇਰਾ ਖਿਆਲ ਇਹ ਆ ਕਿ ਜਿਹੜਾ ਹਰ ਬੰਦਾ ਘੋੜਾ ਸਾਂਭ ਲਵੇ ਨਾ ਤੇ ਉਹਦੇ ਵਾਸਤੇ ਦੀ ਗੱਲ ਨਹੀਂ ਦੀ। ਭਾਵੇਂ ਮੈਂ ਵੀ ਰੱਖਿਆ ਨਾ, ਲੇਕਿਨ ਇਹਨੂੰ ਦਾਣਾ ਚਾਹੀਦਾ, ਇਹਦੀ 24 ਘੰਟੇ ਹਿਫਾਜ਼ਤ ਚਾਹੀਦੀ ਆ। ਇਹਨੂੰ ਕੀ ਚਾਹੀਦਾ ਤੇ ਹਰ ਬੰਦਾ ਜਿਹੜਾ ਦਾ ਸ਼ੌਕ ਤਾਂ ਕਰ ਲੈਂਦਾ ਵੀ ਮੈਂ ਘੋੜਾ ਰੱਖ ਲਿਆ, ਘੋੜੇ ਕਰ ਬਰਹਿਮਾ ਤੇ ਮੱਝਾਂ ਕਰ ਸੁਲਤਾਨਾ, ਤੇ ਹਰ ਬੰਦੇ ਦਾ ਕੰਮ ਇਹ ਨਹੀਂ ਦਾ ਸਾਹਮਣਾ। ਤੇ ਇਹਨੂੰ ਜੀ ਮੈਂ ਮਾੜਾ ਬੰਦਾ ਵਾਂ ਘਰੋਂ ਘਰੋਂ, ਇਹਨੂੰ ਦਾਣਾ ਵੀ ਚਾਹੀਦਾ ਜੀ, ਇਹਨੂੰ ਚੰਗੀ ਸ਼ੈ ਵੀ ਚਾਹੀਦੀ ਹੈ ਜੀ, ਇਹਦੀ ਹਿਫਾਜ਼ਤ ਤਾਂ ਹੀ ਕਰਦੇ ਆ, ਲੇਕਿਨ ਜਿੰਨਾ ਦਾਣਾ ਖਾਣੀ ਚਾਹੁੰਦੀ ਹੈ ਨਾ ਮੈਂ ਉਹਨਾਂ ਪਾ ਨਹੀਂ ਸਕਦਾ, ਕਿ ਥੋੜਾ ਜਿਹਾ ਘਰੋਂ ਕਮਜ਼ੋਰ ਹਾਂ ਜੀ। ਅੱਲਾ ਕਾ ਇਨਸ਼ਾਅੱਲਾ ਅੱਲਾ ਬਿਹਤਰ ਕਰੇਗਾ। ਜਾਨਵਰ ਤੁਹਾਡਾ ਤੁਸੀਂ ਬੱਚਿਆਂ ਵਾਂਗੂ ਪਾਲਿਆ ਹੈ। ਹਾਂਜੀ ਬੱਚਿਆਂ ਨੂੰ ਪਾਲਣ ਦਾ ਸ਼ੌਕ ਮੈਨੂੰ ਬੜਾ, ਤੇ ਇਹਨੂੰ ਮੇਰਾ ਸ਼ੌਕ ਹੈ ਜੀ। ਤੁਸੀਂ ਉਮਰੇ ਤੇ ਜਾ ਕੇ ਉਹਨੂੰ ਕਿੰਨਾ ਕੁ ਮਿਸ ਕੀਤਾ, ਕਿੰਨਾ ਕੁ ਯਾਦ ਕੀਤਾ? ਯਾਰ ਮੈਂ ਨਾ ਜਦੋਂ ਮੈਂ ਜ਼ਿਆਦਾ ਨਾ ਮੱਕੇ ਤੇ ਉਮਰੇ 'ਚ ਬਹਿ ਕੇ ਯਾਰ ਮੈਨੂੰ ਜਦੋਂ ਘੋੜੀ ਯਾਦ ਆ ਜਾਂਦੀ ਮੈਂ ਰੋਣ ਲੱਗ ਪੈਂਦਾ। ਅੱਲਾ ਕੋਲ ਇਹਦੇ ਵਾਸਤੇ ਵੀ ਦੁਆ ਕੀਤੀ? ਇਹਦੇ ਵਾਸਤੇ ਦੁਆ ਕੀਤੀ, ਅੱਲਾ ਨੂੰ ਤੰਦਰੁਸਤੀ ਦੇਵੇ, ਇਹਨੂੰ ਭਾਗ ਲਾਵੇ ਜਿੰਨਾ ਕਿ ਮੇਰੀ ਜ਼ਿੰਦਗੀ ਇਹਦੀ ਜ਼ਿੰਦਗੀ ਅਸੀਂ ਰਲ ਕੇ ਰਹੀਏ, ਤੇ ਫਿਰ ਅੱਲਾ ਨੂੰ ਗਾਂ ਭਾਗ ਵੀ ਕੋਈ ਲਾਵੇ, ਬੱਚਾ ਬੁੱਚਾ ਰੱਬ ਇਹਨੂੰ ਦੇਵੇ, ਤੇ ਦੁਆ ਲਾ ਕੇ ਮੈਂ ਕੀਤੀ ਆ। ਭਾਜੀ ਸੁਣਿਆ ਕਿ ਇਹ ਜਿਹੜਾ ਜਾਨਵਰ ਆ ਖੱਚਰ ਜਾਂ ਘੋੜਾ ਇਹ ਵੱਢ ਲੈਂਦਾ, ਕੱਟ ਲੈਂਦਾ, ਇਹ ਇਹਦੇ ਚ ਇਵੇਂ ਦੀ ਕੋਈ ਆਦਤ ਨਹੀਂ ਜੀ, ਨਹੀਂ ਆਦਤ ਨਹੀਂ ਜੀ, ਬਿਲਕੁਲ ਵੀ ਇਹਨੇ ਲੱਤ ਵੀ ਨਹੀਂ ਚੱਕਣੀ। ਘੋੜੇ ਦੇ ਪਿੱਛੋਂ ਨੰਗੀ ਤੇ ਪੁਲਿਸ ਵਾਲਿਆਂ ਨੂੰ ਆਵਾਜ਼ ਮਾਰ ਲੈਂਦਾ ਨਾ ਪੁਲਿਸ ਵਾਲਾ ਵੀ, ਤੇ ਜੇ ਪਿੱਛੋਂ ਨੰਗੀ ਤੇ ਘੋੜਾ ਲੱਤ ਮਾਰਨ ਦਾ, ਇਹ ਉਹ ਵੀ ਕੰਮ ਨਹੀਂ ਕਰਦੀ। ਮੇਰੇ ਬੱਚੇ ਵੀ ਘਾਹ ਖਾਈ ਜਾਣ, ਪੱਠੇ ਖਾਈ ਜਾਣ, ਘਰੇ ਫਿਰਦੇ ਆ ਨਾ, ਇਹਨੇ ਲੱਤ ਅੱਜ ਤੱਕ ਮੈਨੂੰ 12-14 ਸਾਲ ਹੋ ਗਏ ਫਿਰਦੇ ਨੂੰ, ਅੱਜ ਤੱਕ ਮੇਰੇ ਬੱਚੇ ਨੂੰ ਮੇਰੇ ਨੂੰ ਇਦਾਂ ਕਰਕੇ ਲੱਤ ਨੇ ਨਹੀਂ ਚਲਾਈ, ਭਾਵੇਂ ਜੋ ਮਰਜ਼ੀ ਹੁੰਦਾ ਫਿਰੇ। ਤੇ ਪਿੰਡ ਦਾ ਜਾਨਵਰ ਆ, ਸ਼ਹਿਰ ਜਾ ਕੇ ਡਰਦਾ ਨਹੀਂ ਡਰਦਾ ਜੀ, ਟਰੱਕ ਆਈ ਜਾਣ, ਹਾਰਨ ਮਾਰੀ ਜਾਣ, ਬੱਸਾਂ ਆਵਾਜ਼ਾਂ ਮਾਰੀ ਜਾਣ, ਕੋਈ ਮਾਰਾ, ਇਹਨੇ ਮੇਰੀ ਗੱਲ ਸੁਣਨੀ ਹੈ ਵੀ ਬੱਸ ਉਹਨੇ ਹਾਰਨ ਮਾਰਿਆ ਤੇ ਕੀ ਮਾਰੀ ਜਾਵੇ ਉਹ, ਲੇਕਿਨ
ਇਹਨੂੰ ਜਦੋਂ ਮੈਂ ਕਹਤਾ ਥੱਲੇ ਰਾਹ ਦੇ ਇੱਧਰੋਂ ਕਰ ਲਾ ਇੱਧਰੋਂ ਕਰ ਲਾ, ਫਿਰ ਇਹਨੇ ਗੱਲ ਕਰਨੀ ਹੈ ਜੀ, ਨਹੀਂ ਤਾਂ ਨਹੀਂ ਬਾਬਾ ਕਰਨੀ। ਜੀ ਤੁਸੀਂ ਗੁੜ ਦਾ ਕਾਰੋਬਾਰ ਕਰਦੇ ਹੋ, ਗੁੜ ਵੇਚਣ ਜਾਂਦੇ ਹੋ, ਮਾਸ਼ਾਅੱਲਾ ਮਿੱਠੀਆਂ ਛਾਵਾਂ ਵੇਚਦੇ ਹੋ, ਮਿੱਠੀ ਜ਼ੁਬਾਨ ਆ ਤੁਹਾਡੀ, ਤੇ ਬਾਹਰ ਜਾ ਕੇ ਲੋਕ ਜਿਵੇਂ ਤੁਹਾਡੇ ਕਸਟਮਰ ਨੇ, ਇਹਨੂੰ ਵੇਖਣ ਵਾਲੇ ਕਿੰਨੇ ਕੁ ਆਉਂਦੇ ਨੇ? ਇਹਨੂੰ ਵੇਖਣ ਵਾਲਾ ਜ਼ਿਆਦਾ, ਮੈਨੂੰ ਵੇਖਣਾ ਘੱਟ ਹੈ ਜੀ। ਇਹਨੂੰ ਵੇਖਣਾ ਬਹੁਤ ਜ਼ਿਆਦਾ ਹੈ ਜੀ, ਬਾਬੇ ਨੇ ਘੋੜੀ ਕਿਵੇਂ ਸਾਂਭੀ ਆ ਜੀ, ਤੇ ਕੀ ਇਹਦਾ ਬਾਬੇ ਦਾ ਕਾਰੋਬਾਰ ਆ, ਬਾਬਾ ਕਿਵੇਂ ਜ਼ੁਬਾਨ ਸਿਖਾਈ ਆ। ਹੁਣ ਕੋਈ ਬੰਦੇ ਜਦੋਂ ਮੈਂ ਉਮਰੇ ਤੋਂ ਆਇਆ ਨਾ ਜੀ, ਕੋਈ ਮੈਨੂੰ ਮਿਲਣ ਵਾਲੇ ਮੇਰਾ ਖਿਆਲ ਆ ਘੱਟ ਆ, ਤੇ ਘੋੜੀ ਵੇਖਣ ਵਾਲੇ ਜ਼ਿਆਦਾ ਆਏ ਖੜੇ ਆ। ਤੇ ਹੁਣ ਵੀ ਘਰੇ ਕੋ 2-3 ਆਦਮੀ ਨਾ ਕੋਈ ਉਹ 66 ਤਰੀਕੇ ਵੱਲੋਂ ਉਹ ਮਿਲਣ ਵਾਸਤੇ ਘਰੇ ਆਏ ਬੇਟੇ, ਫੋਨ ਕੀਤਾ ਕਿ ਜੀ ਬਾਬਾ ਜੀ ਛੇਤੀ ਘਰੇ ਤੁਹਾਨੂੰ ਅਸੀਂ ਮਿਲਣਾ ਆ। ਮੈਂ ਕਿਹਾ ਜੀ ਮੈਂ ਆ ਰਿਹਾ ਵਾਂ, ਤੇ ਉਹ ਮੈਨੂੰ ਤਾਂ ਸ਼ਾਇਦ ਘੱਟ ਹੀ ਮਿਲਣ, ਪਰ ਘੋੜੀ ਨੂੰ ਵੇਖਣਾ ਜ਼ਿਆਦਾ ਆ ਜਾਂਦੇ ਆ ਜੀ। ਤੇ ਸ਼ੁਕਰ ਆ ਅਲਹਮਦੁਲਿਲਾ, ਚਲੋ ਜੀ ਜਾਨਵਰਾਂ ਤੇ ਵੇਖਣ ਆਉਂਦੇ, ਜਾਨਵਰ ਅੱਲਾ ਦਾ ਮਾਲ ਹੈ ਜੀ, ਦੁੱਧ ਪੁੱਤ ਨਹੀਂ ਲੁਕੋਏ ਜਾਂਦੇ, ਤੇ ਜਿਹੜਾ ਮਰਜ਼ੀ ਵੇਖੇ ਉਹਨੂੰ ਜੀ, ਅਸੀਂ ਹਾਜ਼ਰ ਜਨਾਬ। ਜੀ ਨਾਜ਼ਰੀਨ, ਟੀ ਵਾਇਸ ਆਫ ਪੰਜਾਬ ਦੇ ਨਾਲ ਅੱਜ ਮੌਜੂਦ ਸੀ ਜ਼ਿਲ੍ਹਾ ਵਿਹਾੜੀ ਦੇ ਇੱਕ ਬਜ਼ੁਰਗ ਗੁਲਾਮ ਕੁਤਬ ਰਹਿਮਾਨੀ ਸਾਹਿਬ। ਮਾਸ਼ਾਅੱਲਾ ਬਹੁਤ ਅੱਛੇ ਬਜ਼ੁਰਗ ਨੇ, ਬੜਾ ਮਜ਼ਾ ਆਇਆ ਇਹਨਾਂ ਨੂੰ ਮਿਲ ਕੇ, ਇਹਨਾਂ ਦੇ ਜਾਨਵਰ ਨੂੰ ਮਿਲ ਕੇ। ਤੇ ਇਹਨਾਂ ਨੂੰ ਤੁਸੀਂ ਟਿਕਟੌਕ ਤੇ ਦੇਖਿਆ, ਫੇਸਬੁੱਕ ਤੇ ਦੇਖਿਆ, YouTube ਤੇ ਦੇਖਿਆ ਹੋਣਾ। ਇਸ ਗਾਉਂ ਦੇ ਇੱਕ ਨੌਜਵਾਨ ਮੋਹਤਰਮ ਜਨਾਬ ਨਾਜ਼ਮ ਭਾਈ ਜਾਨੀ ਸਾਡੇ ਨਾਲ ਮੌਜੂਦ ਨੇ, ਕੁਝ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿ ਉਹਨਾਂ ਨੇ ਬਾਬਾ ਜੀ ਨੂੰ ਕਿਵੇਂ ਪ੍ਰਮੋਟ ਕੀਤਾ, ਉਹਨਾਂ ਨੂੰ ਕਿਵੇਂ ਖਿਆਲ ਆਇਆ ਕਿ ਸਾਡੇ ਇਸ ਪਿੰਡ ਦੇ ਵਿੱਚ ਅੱਲਾ ਦਾ ਇੱਕ ਅਜੂਬਾ ਹੈ, ਇਸ ਪਿੰਡ ਦਾ ਅਜੂਬਾ ਹੈ, ਇਸ ਪਿੰਡ ਦਾ ਨਾਮ ਮਸ਼ਹੂਰ ਹੋ ਗਿਆ ਬਾਬਾ ਘੋੜੇ ਵਾਲਾ ਪਿੰਡ। 173 ਈਬੀ ਜ਼ਿਲ੍ਹਾ ਵਿਹਾੜੀ ਦਾ ਇਹ ਪਿੰਡ ਆ ਜੀ, ਆਰਿਫ ਵਾਲੇ ਤੋਂ ਵੀ ਬੜਾ ਨਜ਼ਦੀਕ ਪੈਂਦਾ ਹੈ। ਨਾਜ਼ਮ ਭਾਈ ਨੂੰ ਕੁਝ ਮਾਲੂਮਾਤ ਲੈਂਦੇ ਆ, ਉਹਨਾਂ ਦਾ ਕੀ ਖਿਆਲ ਆ, ਉਹਨਾਂ ਨੇ ਬਾਬਾ ਜੀ ਨੂੰ ਕਿਵੇਂ ਪ੍ਰਮੋਟ ਕੀਤਾ, ਉਮਰੇ ਤੇ ਭੇਜਿਆ, ਤੇ ਅੱਜ ਵੀ ਬਾਬਾ ਜੀ ਦੇ ਨਾਲ ਉਹ ਬਹੁਤ ਜ਼ਿਆਦਾ ਅਟੈਚ ਨੇ। ਬੜੀ ਮਿਹਰਬਾਨੀ, ਸ਼ੁਕਰੀਆ। ਮੁਬਾਰਕ ਹੋ ਬਾਬਾ ਜੀ। ਖੈਰ ਮੁਬਾਰਕ ਉਮਰੇ ਜੀ, ਦੀ। ਮਾਸ਼ਾਅੱਲਾ ਖੈਰ ਮੁਬਾਰਕ ਜੀ, ਮਾਸ਼ਾਅੱਲਾ। ਇਹ ਭਾਈ ਨਾਜ਼ਮ ਸਾਹਿਬ ਆ ਗਏ ਜੀ। ਨਾਜ਼ਮ ਸਾਹਿਬ ਕੀ ਹਾਲ ਚਾਲ? ਹਾਂਜੀ ਨਾਜ਼ਮ ਬਹੁਤ ਸ਼ੁਕਰੀਆ, ਤੁਸੀਂ ਸਾਡੀ ਟੀਮ ਦੇ ਨਾਲ ਤੁਹਾਡਾ ਰਾਬਤਾ ਹੋਇਆ, ਤੇ ਬਾਬਾ ਜੀ ਨੂੰ ਤੁਸੀਂ ਪ੍ਰਮੋਟ ਕੀਤਾ। ਤੁਹਾਡੇ ਪਿੰਡ ਨੂੰ ਸ਼ਾਇਦ ਕੋਈ ਨਾ ਜਾਣਦਾ ਹੋਵੇ, ਲੇਕਿਨ ਹੁਣ ਚੜ੍ਹਦਾ ਤੇ ਲਹਿੰਦਾ ਪੰਜਾਬ ਸਾਰੇ ਹੀ ਜਾਣਦੇ ਨੇ। ਮਾਸ਼ਾਅੱਲਾ ਜੀ, ਅਸਲਾਮ ਵਾਲੇਕੁਮ ਸਾਰਿਆਂ ਨੂੰ। ਤੇ ਬਾਬਾ ਜੀ ਦੀ ਸਪੋਰਟ ਕੀਤੀ ਗਈ ਆ ਪੂਰੀ, ਠੀਕ ਆ। ਪਹਿਲੀ ਵਾਰੀ ਵੀਡੀਓ ਬਣਾਈ ਮੈਂ, ਬਾਬਾ ਜੀ ਸੀਗੇ ਟਾਂਡੇ ਲੈ ਕੇ ਆਏ, ਤੇ ਮੈਂ ਬਾਬਾ ਜੀ ਦੇ ਮਗਰ ਠੀਕ ਹੈ। ਸਿਖਰ ਦੁਪਹਿਰਾ ਸੀ ਬਾਬਾ ਜੀ, ਇਹ ਵੀ ਆ, ਧੁੱਪ ਪੂਰੀ ਲੱਗੀ ਹੋਈ ਸੀ। ਤੇ ਵੀ ਲੱਗੀ ਸੀ, ਘੋੜੀ ਦੀ ਵੀਡੀਓ ਬਣਾ, ਮੈਂ ਕਿਹਾ ਜਾ ਕੰਮ ਕਰ ਜਾ ਕੇ। ਮੈਂ ਕਿਹਾ ਬਾਬਾ ਜੀ ਮੈਨੂੰ ਵੀਡੀਓ ਬਣਾਉਣ ਦਿਓ, ਨਹੀਂ ਕਹਿੰਦੇ ਭਾਈ ਪਿੱਛੇ ਹੋ ਜਾ, ਪਸੀਨਾ ਨਹੀਂ ਦੇਖਦਾ ਪਿਆ। ਮੈਂ ਇਗਨੋਰ ਕੀਤਾ, ਮੈਂ ਕਿਹਾ ਬਾਬਾ ਜੀ ਤੁਹਾਡੇ ਵਿੱਚ ਉਹ ਕੁਆਲਿਟੀ ਹੈਗੀ, ਤੁਹਾਡੀ ਘੋੜੀ 'ਚ ਉਹ ਕੁਆਲਿਟੀ ਹੈਗੀ ਆ ਕਿ ਇਹ ਬਹੁਤ ਦੂਰ ਤੱਕ ਜਾਏਗੀ ਇਨਸ਼ਾਅੱਲਾ। ਤੇ ਫਿਰ ਮੈਂ ਕੋਸ਼ਿਸ਼ ਕੀਤੀ, ਡੇਲੀ ਵੀਡੀਓ ਬਣਾਉਂਦਾ ਰਿਹਾ, ਬਾਬੇ ਦੀ ਬਣਾਉਂਦਾ ਰਿਹਾ, ਤੇ ਮਾਸ਼ਾਅੱਲਾ ਫਿਰ ਮੈਂ ਉਮਰੇ ਦਾ ਪੈਕੇਜ ਵੀ ਕਰਵਾ ਕੇ ਦਿੱਤਾ ਇਹਨਾਂ ਨੂੰ ਵੀ, ਇਹਨਾਂ ਦੇ ਘਰ ਵਾਲਿਆਂ ਨੂੰ ਵੀ, ਤੇ ਮਾਸ਼ਾਅੱਲਾ ਹੁਣ ਉਮਰਾ ਕਰਕੇ ਆਏ ਨੇ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਹੈ, ਸ਼ੁਕਰੀਆ ਜੀ ਨੇ ਸਾਡੀ ਸਪੋਰਟ ਕੀਤੀ ਜੀ, ਤੇ ਉਹਨਾਂ ਭਰਾਵਾਂ ਦੀ ਮਿਹਰਬਾਨੀ ਜੀ ਨੇ ਮੇਰੇ ਨਾਲ ਥੋੜਾ ਜਿਹਾ ਤਾਮਨ ਕੀਤਾ, ਉਹਨਾਂ ਦੀ ਬਹੁਤ ਮਿਹਰਬਾਨੀ। ਬਹੁਤ ਜਜ਼ਾਕ ਅੱਲਾ ਜੀ। ਨਾਜ਼ਮ ਭਾਈ ਕਿੰਨੀਆਂ ਵੀਡੀਓ ਬਾਬਾ ਜੀ ਦੀਆਂ ਅਪਲੋਡ ਕਰ ਚੁੱਕੇ ਹੋ? ਹੁਣ ਤੱਕ ਕੋਈ 100 ਤੇ ਅਸੀਂ ਵੀਡੀਓ ਅਪਲੋਡ ਕਰ ਚੁੱਕੇ ਮਾਸ਼ਾਅੱਲਾ। ਹਰ ਵੀਡੀਓ ਮਿਲੀਅਨ 'ਚ ਜਾ ਰਹੀ ਆ, ਮਤਲਬ ਕੇ ਲੱਗੇ ਹੋਏ ਨੇ, 100K 200K, ਮਤਲਬ ਬਹੁਤ ਅੱਛੀ ਵਾਇਰਲ ਹੋ ਰਹੀ ਵੀਡੀਓ। ਫੇਸਬੁੱਕ ਤੇ ਵੀ ਸਾਡਾ ਪੇਜ ਬਣਾਇਆ ਹੋਇਆ ਵਾ ਬਾਬਾ ਘੋੜੀ ਵਾਲਾ, ਠੀਕ, ਉਹ ਵੀ ਮਾਸ਼ਾਅੱਲਾ ਆਪਣੇ 25,000 ਸਬਸਕ੍ਰਾਈਬਰ ਉੱਥੇ ਹੋ ਗਏ ਨੇ। YouTube ਤੇ ਵੀ ਸਾਡੇ 13 ਤੋਂ 14,000 ਸਬਸਕ੍ਰਾਈਬਰ ਉੱਥੇ ਹੋ ਗਏ ਨੇ। ਤੇ ਬਾਬਾ ਜੀ ਇਨਸ਼ਾਅੱਲਾ ਹਰ ਸਾਲ ਉਮਰੇ ਤੇ ਜਾਇਆ ਕਰਨਗੇ ਮੇਰੇ ਥਰੂ ਇਨਸ਼ਾਅੱਲਾ। ਜ਼ਿਆਦਾ ਪਿਆਰ ਚੜ੍ਹਦੇ ਪੰਜਾਬ 'ਚੋਂ ਲੱਭਿਆ ਜਾਂ ਲਹਿੰਦੇ ਪੰਜਾਬ? ਦੋਨੇ ਬਰਾਬਰ ਆ। ਪੰਜਾਬੀ ਜਿੱਥੇ ਵੀ ਬੈਠਾ ਨਾ, ਭਾਵੇਂ ਉਹ ਕਿੱਥੇ ਵੀ ਬੈਠਾ, ਉਹ ਪਿਆਰ ਕਰਦਾ, ਘੋੜੀ ਨੂੰ ਕਰਦਾ, ਤੇ ਬਾਬੇ ਨੂੰ ਕਹਿੰਦੇ ਇੱਕ ਵਾਰੀ ਘੁੱਟ ਕੇ ਜੱਫੀ ਪਾ ਲੈਣ ਦਿਓ। ਨਹੀਂ ਜੀ, ਯਕੀਨ ਕਰੋ। ਮੈਂ ਬਾਹਰ ਗਿਆ ਨਾ ਜੀ ਸੌਦਿਆ 'ਚ ਉਮਰਾ ਕਰਨ ਅੱਲਾ ਦੇ ਘਰ 'ਚ, ਉੱਥੇ ਆਪਣੇ ਪੰਜਾਬੀ ਲੋਕ ਜਿਹੜੇ ਸੀ ਨਾ ਵਿਚਾਰੇ ਮਜ਼ਦੂਰੀ ਕਰਨ ਗਏ, ਮੇਰੀਆਂ ਵੀਡੀਓ ਵੇਖਦੇ ਸੀ, ਉਹਨਾਂ ਨੇ ਬੜੀ ਮੈਨੂੰ ਸਪੋਰਟ ਦਿੱਤੀ ਜੀ। ਕੋਈ ਬਾਬਾ ਜੱਫੀਆਂ ਪਾ ਕੇ ਮਿਲਦਾ ਰਿਹਾ, ਕੋਈ ਬਾਬਾ ਜੀ ਘੋੜੇ ਵਾਲਾ ਆ ਗਿਆ ਜੀ, ਕੋਈ ਕੇਲੇ ਲੈ ਕੇ ਆ ਗਿਆ, ਕੋਈ ਫਰੂਟ ਲੈ ਕੇ ਮੇਰੇ ਵਾਸਤੇ ਆ ਗਿਆ, ਕੋਈ ਜਾਨ ਮਾਜ ਲੈ ਕੇ ਆ ਗਿਆ, ਕੋਈ ਤਸਬੀਹ ਲੈ ਗਿਆ, ਕੋਈ ਅਤਰ ਲੈ ਕੇ ਮੇਰੇ ਲਈ ਆ ਗਿਆ। ਉਹਨਾਂ ਨੇ ਕੋਈ ਖੀਰਾਂ ਨੇ ਬੜੀ ਮੇਰੀ ਖਿਦਮਤ ਕੀਤੀ, ਜਿੰਨੇ ਤੋਂ ਉੱਥੇ ਮੈਂ ਰਿਹਾ। ਉਹ ਗੱਡੀਆਂ ਵਾਲੇ ਜਿਹੜੇ ਉਹ ਬਾਬਾ ਮੇਰੇ ਨਾਲ ਵੀਡੀਓ ਬਣਾਈ, ਉਹ ਬਾਬਾ ਮੇਰੇ ਨਾਲ ਬਾਬਾ ਪਾਕਿਸਤਾਨ 'ਚੋਂ ਆਇਆ ਬਈ, ਬਾਬਾ ਘੋੜੇ ਵਾਲਾ ਆ ਗਿਆ ਬਈ। ਮੈਂ ਤੁਰਿਆ ਜਾਵਾਂ ਨਾ ਰੋਡ 'ਤੇ ਨਮਾਜ਼ ਪੜ੍ਹ ਕੇ, ਇੱਕ ਕਾਰ ਵਾਲਾ ਮੁੰਡਾ ਉਹ ਬਾਬਾ ਘੋੜੇ ਵਾਲਾ ਆ ਗਿਆ, ਉਹ ਬਾਬਾ ਘੋੜੇ ਵਾਲਾ ਜਿੱਥੇ ਮੈਂ ਰਹਿੰਦਾ ਫਿਰ ਹੋਟਲ 'ਤੇ, ਉਹ ਫਿਰ ਰਾਤ ਨੂੰ ਉੱਥੇ ਬੰਦੇ ਆਏ ਬਾਬੇ ਘੋੜੇ ਵਾਲੇ ਮਿਲਣਾ ਬਈ, ਤੇ ਹੋਟਲ ਵਾਲਾ ਕਹਿੰਦਾ ਉਹ ਫਲਾਨਾ ਨੰਬਰ ਕਮਰਾ ਜੀ, 8 ਨੰਬਰ ਉਹਦਾ ਜੀ, 8 ਫਲੋਰ 'ਤੇ, ਉੱਥੇ ਚਲੇ ਜਾਓ ਫਲਾਨਾ ਨੰਬਰ ਕਮਰਾ ਜੀ। ਤੇ ਬੜੇ ਲੋਕ ਫਿਰ ਮੇਰੇ ਵਾਸਤੇ ਫਰੂਟ ਫਾਟ ਵੀ, ਬੜੀ ਉਹਨਾਂ ਦੀ ਮਿਹਰਬਾਨੀ, ਬਾਹਰ ਵੀ ਮੈਨੂੰ ਸਪੋਰਟ ਬੜੀ ਕਰਦੇ ਰਹੇ ਘੋੜੇ ਵਾਲੇ ਬਾਬੇ। ਨਾਜ਼ਮ ਭਾਈ ਤੁਸੀਂ ਬਾਬਾ ਜੀ ਦੇ ਨਾਲ 100+ ਵੀਡੀਓ ਸ਼ੂਟ ਕਰ ਚੁੱਕੇ ਹੋ, ਘੋੜੀ ਤੁਹਾਡੀ ਗੱਲ ਕਿਉਂ ਨਹੀਂ ਮੰਨਦੀ? ਪਤਾ ਨਹੀਂ ਹੈ, ਬਾਬਾ ਜੀ ਨੇ ਕੁਛ ਨੂੰ ਪੜ੍ਹ ਕੇ ਪਿਲਾਇਆ ਜਾਂ ਕੁਛ ਕੀਤਾ, ਲੇਕਿਨ ਮੇਰੀ ਗੱਲ ਨਹੀਂ ਮੰਨਦੀ। ਮੈਂ ਬੜੀ ਕੋਸ਼ਿਸ਼ ਕੀਤੀ ਆ, ਤੁਹਾਡੇ ਸਾਹਮਣੇ ਵੀ ਕਰਦਾ ਨੇ ਅੱਜ, ਨਹੀਂ ਬੜੀ ਵਾਰੀ ਕਿਹਾ, ਨਹੀਂ ਮੰਨਦੀ। ਬਾਬੇ ਨੇ ਕੁਛ ਪੜ੍ਹ ਕੇ ਪਿਲਾਇਆ ਜੀ, ਕੁਛ ਬਾਬੇ ਨੂੰ ਕਹਿ ਕੇ ਜਾਓ, ਬਾਬੇ ਕੋਲੋਂ ਕੋਈ ਹੁਨਰ ਲੈ ਲਓ। ਨਹੀਂ ਇਹ ਹੁਨਰ ਲੁਕੋ ਕੇ ਰੱਖਦੇ ਕੱਚ ਦੇ ਵਿੱਚ, ਯਕੀਨ ਕਰੋ। ਇਹ ਜਦੋਂ ਕੱਚ ਕੋਲੇ ਜਾਊਗੀ ਘੋੜੀ, ਉਦੋਂ ਮਗਰ ਲੱਗ ਜੂਗੀ। ਪਤਾ ਨਹੀਂ ਕੀ ਕੱਚ, ਬਾਬਾ ਦੱਸੋ ਯਾਰ ਅੱਜ ਥੋੜਾ ਜਿਹਾ ਕੱਚ ਦੇ ਵਿੱਚ ਕੀ ਹੁੰਦਾ ਤੁਹਾਡੇ? ਨਹੀਂ ਜੀ, ਆਮ ਬੰਦੇ ਦੀ ਸਪੋਰਟ ਨਹੀਂ ਜੀ, ਨਹੀਂ ਜੀ, ਆਮ ਬੰਦੇ ਦੀ ਸਪੋਰਟ ਨਹੀਂ। ਘੋੜਾ ਜਿਹੜਾ ਨਾ ਜੀ, ਘੋੜਾ ਨੂੰ ਲਾਲਚ ਵੀ ਦਿੱਤਾ ਗਿਆ ਵਾ, ਤੇ ਕੋਈ ਥੋੜੀ ਜੀ ਹੋਰ ਵੀ ਜਿਹੜੀ ਬੂਟੀ ਵੀ ਐਸੀ ਹੁੰਦੀ ਜਿਹੜੀ ਘੋੜੇ ਨੂੰ ਸੰਘਾਈ ਜਾਂਦੀ ਹੈ, ਜਿਹੜਾ ਬੰਦੇ ਦੇ ਨਾਲ ਨਾ ਤੁਰਦਾ। ਹਰ ਬੰਦੇ ਦੇ ਵੱਸ ਦਾ ਇਹ ਰੋਗ ਨਹੀਂ ਦਾ ਜੀ, ਪਰ ਮੈਂ ਬਸ ਸਾਡੀ ਵੈਸੇ ਹੈਗੀ। ਮੱਝ ਛੱਪੜ 'ਚੋਂ ਤੇ ਬੁੜੀ ਪੇਕੇ ਦੇ ਘਰੋਂ ਕੱਢਣੀ ਬਹੁਤ ਔਖੀ ਹੈ। ਤੁਸੀਂ ਦੱਸੋ ਕਿ ਤੁਸੀਂ ਮਾਸ਼ਾਅੱਲਾ ਇੰਨੀਆਂ ਵੀਡੀਓ ਅਪਲੋਡ ਕਰ ਚੁੱਕੇ ਹੋ,
ਕਿਸ ਨਾਮ ਤੋਂ ਅਕਾਊਂਟ ਚੱਲ ਰਿਹਾ, ਜਿਹੜੇ ਲੋਕਾਂ ਨੇ ਅਜੇ ਤੱਕ ਸਬਸਕ੍ਰਾਈਬ ਲਾਈਕ ਤੁਹਾਨੂੰ ਜਾਂ ਸਾਨੂੰ ਨਹੀਂ ਕੀਤਾ, ਉਹਨਾਂ ਦੇ ਨਾਮ ਕੀ ਪੈਗਾਮ ਹੈ? ਬਾਬਾ ਘੋੜੇ ਵਾਲਾ ਨਾਮ ਜੀ ਅਕਾਊਂਟ ਦਾ, ਆਪਣਾ ਟਿਕਟੋਕ ਤੇ, ਫੇਸਬੁੱਕ ਤੇ ਵੀ ਬਾਬਾ ਘੋੜੇ ਵਾਲਾ ਵਾ, ਤੇ ਲੇਕਿਨ ਸਾਡਾ YouTube ਤੇ ਹੈਗਾ ਵਾ ਕਾਕਾ ਵਲੌਗਰ। ਮੈਂ ਪਹਿਲੇ ਵਲੌਗਿੰਗ ਕਰਦਾ ਸੀ ਹਲਕੀ ਫੁਲਕੀ, ਤੇ ਬਾਬਾ ਜੀ ਟੱਕਰੇ ਨੇ, ਫਿਰ ਬਾਬਾ ਜੀ ਦੀ ਵੀਡੀਓ ਵਗੈਰਾ ਪਾਤੀਆਂ, ਰੀਲ ਪਾਤੀ, ਵਲੌਗ ਬਣਾ ਕੇ ਪਾਤਾ 5-7 ਮਿੰਟ ਦਾ, ਤੇ ਉਹ ਕਾਫੀ ਵਾਇਰਲ ਹੁੰਦਾ ਰਿਹਾ। ਤੇ ਬਾਬਾ ਜੀ ਨੇ ਮਾਸ਼ਾਅੱਲਾ ਘੋੜੀ ਵੇਚਤੀ ਸੀ, ਵਿਚਲੀ ਗੱਲ ਇਹ ਵੀ ਕਿ ਘੋੜੀ ਵੇਚਤੀ ਸੀ, ਅਸੀਂ ਘੋੜੀ ਵੇਚ ਗਈ ਸੀ, ਅਸੀਂ ਖੜੇ ਪਿਆ ਕਿਹਾ ਵੀ ਮੇਰੀ ਨਾਲ ਵੀਡੀਓ ਬਣਾ ਦੇ, ਕੁੜੀ ਤੇਰੀ ਆ ਤੇ ਪੈਸੇ ਪਰ ਮੈਂ ਹੁਣ ਆਇਆ ਏਡੀ ਦੂਰੋਂ ਤੇ ਮੇਰੀ ਵੀਡੀਓ ਬਣਾ ਦੇ। ਉਹਦੇ ਜਦੋਂ ਵੀਡੀਓ ਮੇਰੀ ਵੇਖੋ ਨਾ, ਉਹਦੇ ਆ ਜਿਹੜਾ ਹਾਜੀਆਂ ਵਾਲਾ ਲਾਲ ਰਮਾਲ ਹੁੰਦਾ ਇਹ ਉਹਦੇ ਸਿਰ ਤੇ ਬੱਧਾ, ਇੱਕ ਪਾਸੇ ਘੋੜੀ ਦੇ ਮੈਂ ਖੜਾ, ਇੱਕ ਪਾਸੇ ਉਹ ਖੜਾ, ਤੇ ਵੀਡੀਓ ਬਣਾ ਕੇ ਮੇਰੀ ਲੈ ਗਿਆ। ਬਾਬਾ ਅੱਲਾ ਤੇਰੇ ਨਸੀਬਾਂ 'ਚ ਕਰੇ, ਮੈਂ ਕਿਹਾ ਦੁਆ ਕਰੀਆਂ ਲੈ ਤੰਦਰੁਸਤੀ ਵੀ ਦੇਵੇ ਤੇ ਮੇਰੇ ਨਸੀਬਾਂ 'ਚ ਕਰੇ। ਉਹ ਫਿਰ ਖੁਸ਼ ਹੋ ਕੇ ਚਲਾ ਗਿਆ। ਨਾਜ਼ਮ ਭਾਈ, ਦੇਖਣ ਵਾਲਿਆਂ ਨੂੰ ਆਖਰੀ ਪੈਗਾਮ ਬਾਬਾ ਘੋੜੇ ਵਾਲਾ ਤੇ 173 ਪਿੰਡ ਦੇ ਵਿੱਚੋਂ ਕੀ ਪੈਗਾਮ ਦਿਓਗੇ? ਤੁਹਾਡਾ ਆਖਰੀ ਪੈਗਾਮ ਜਿਹੜਾ ਵਾਇਸ ਆਫ ਪੰਜਾਬ ਤੋਂ ਨਸ਼ਰ ਹੋ ਰਿਹਾ। ਆਖਰੀ ਪ੍ਰੋਗਰਾਮ ਸਾਡਾ ਇਹ ਹੈ ਕਿ ਜਾਨਵਰ ਨਾਲ ਪਿਆਰ ਕਰੋ, ਚਾਹੇ ਛੋਟਾ ਹੈ ਵੱਡਾ ਹੈ, ਕੁੱਤਾ ਬਿੱਲੀ ਜੋ ਵੀ ਹੈ, ਤੁਸੀਂ ਪਿਆਰ ਕਰੋ, ਤੁਹਾਡਾ ਨਾਲ ਮੁਖਲਿਸ ਹੁੰਦਾ ਹੈ। ਠੀਕ ਹੈ, ਤੁਸੀਂ ਤੁਹਾਡੇ ਸਾਹਮਣੇ ਲਾਈਵ ਹੈਗੀ ਹੈ ਮਿਸਾਲ ਬਾਬਾ ਜੀ ਦੀ, ਕਿੰਨਾ ਪਿਆਰ ਕਰਦੇ ਜਾਨਵਰ ਨੂੰ, ਤੇ ਜਾਨਵਰ ਵੀ ਓਨਾ ਹੀ ਪਿਆਰ ਕਰਦਾ। ਜਜ਼ਾਕੱਲਾ। ਜੀ ਨਾਜ਼ਰੀਨ, ਟੀਮ ਵਾਇਸ ਆਫ ਪੰਜਾਬ ਮੌਜੂਦ ਸੀ 173 ਈਬੀ ਗਾਉਂ, ਡਿਸਟ੍ਰਿਕਟ ਵਿਹਾੜੀ ਗੱਗੋ ਦਾ ਨਜ਼ਦੀਕੀ ਗਾਉਂ ਆ, ਤੇ ਇਸ ਮੇਰੇ ਨਾਲ ਉਹ ਬਾਬਾ ਜੀ ਮੌਜੂਦ ਸੀ ਜਿਨ੍ਹਾਂ ਨੇ ਆਪ ਘੋੜੀ ਨੂੰ ਬੱਚਿਆਂ ਵਾਂਗੂ ਪਾਲਿਆ, ਫਿਰ ਉਹਨੂੰ ਪੰਜਾਬੀ ਜ਼ਬਾਨ ਸਿਖਾਈ। ਨਾਜ਼ਮ ਭਾਈ ਨੇ ਬਾਬਾ ਜੀ ਨੂੰ ਬੜਾ ਸਪੋਰਟ ਕੀਤਾ। ਬਾਬਾ ਜੀ ਨੇ ਮਾਸ਼ਾਅੱਲਾ ਉਮਰੇ ਦੀ ਸਾਦਤ ਹਾਸਲ ਕਰ ਲਈ ਆ ਵਿਦ ਫੈਮਿਲੀ। ਘੋੜੀ ਉਦਾਸ ਹੋ ਗਈ ਸੀ, ਅਸੀਂ ਵੀ ਬਾਬਾ ਜੀ ਦੇ ਇੰਤਜ਼ਾਰ 'ਚ ਸੀ ਕਿ ਬਾਬਾ ਜੀ ਹੁਮਰਾ ਕਰਕੇ ਪਾਕਿਸਤਾਨ ਪਹੁੰਚਣ, ਤੇ ਅਸੀਂ ਬਾਬਾ ਜੀ ਕੋ ਜਾਈਏ। ਇਹਨਾਂ ਦਾ ਬਹੁਤ ਸ਼ੁਕਰੀਆ, ਨਾਜ਼ਮ ਭਾਈ ਦਾ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਆਪਦਾ ਕੀਮਤੀ ਟਾਈਮ ਦਿੱਤਾ। ਤੇ ਤੁਸੀਂ ਜਿਹੜੇ ਲੋਕ ਨਾ ਵਿਚਾਰੇ ਫੋਨ ਤੇ ਪੁੱਛ ਲੈਣ, 0303 93 930 0303 93 930 ਜੋ ਵੀ ਭਰਾ ਫੋਨ ਕਰਕੇ ਪੁੱਛਣਾ ਚਾਹੁੰਦੇ ਮੈਂ ਹਾਜ਼ਰ ਜਨਾਬ, ਉਹਨਾਂ ਦਾ ਸ਼ੁਕਰੀਆ ਵੀ ਅਦਾ। ਮੰਡੀ ਸ਼ਹਿਰ ਮੇਰਾ ਨਜ਼ਦੀਕ, ਤੇ ਬਰਾਸਤਾ ਅੱਡਾ ਕੁਆਟਰ, ਜ਼ਿਲ੍ਹਾ ਵਿਆਲੀ, ਤਹਿਸੀਲ ਬੁਰਾ ਦਾ ਪਿੰਡ ਹੈ ਜੀ, 173 ਚੱਕ, ਤੇ ਬਾਬਾ ਘੋੜੇ ਵਾਲਾ। ਅਜੀ ਬਾਬਾ ਘੋੜੇ ਵਾਲਾ ਸਾਡੇ ਨਾਲ ਮੌਜੂਦ ਸੀ। ਟੀਮ ਵਾਇਸ ਆਫ ਪੰਜਾਬ ਬਹੁਤ ਜਲਦ ਮਿਲੇਗੀ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਆਪਣਾ ਖਿਆਲ ਰੱਖਿਓ। ਟੀਮ ਵਾਇਸ ਆਫ ਪੰਜਾਬ ਨੂੰ ਤੇ ਨਾਜ਼ਮ ਭਾਈ ਦੇ ਨਾਲ ਬਾਬਾ ਗੁਲਾਮ ਕੁਤਬ ਨੂੰ ਇਜਾਜ਼ਤ ਦਿਓ। ਅੱਲਾ ਹਾਮੀ ਓ ਨਾਸਰ। ਚਲੀਏ ਦੇਖੋ ਕਿਹੜੇ ਮੰਨਦੇ ਆ ਪੁੱਤ, ਮੈਂ ਤਾਂ ਆਖਿਆ ਨਹੀਂ ਦਾ, ਮੈਂ ਆਖਿਆ ਹੀ ਨਹੀਂ ਪੁੱਤ ਤੈਨੂੰ, ਵੇਲਾ ਤੂੰ ਵੇਲਾ ਮੈਨੂੰ ਫੇਰ ਦੱਸ ਹੀ ਕਰਦੀ ਮੈਨੂੰ। ਉਹ ਤਾਂ ਮੈਨੂੰ 15-20 ਦਿਨ ਹੋ ਗਏ, ਮਹੀਨਾ ਹੋ ਗਿਆ, ਤੇ ਵਿਛੜੇ ਤੇ ਇੰਨਾ ਗੁੱਸਾ ਕਿਉਂ ਕਰਦੀ ਹੁੰਦੀ ਆ? ਇੱਕ ਪਾਰੀ ਦੇਈ, ਇੱਕ ਪਾਰੀ ਦੇਈ। ਨਹੀਂ ਪੁੱਤ ਗੁੱਸਾ ਨਾ ਕਰ। ਵਾਹ 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 ਬਾਬਾ ਜੀ। ਮੋਟਰਸਾਈਕਲ ਵੀ ਬਚਾਉਣਾ ਵਾ, ਮੋਟਰਸਾਈਕਲ ਬਚਾ ਕੇ ਨਹੀਂ ਬਚਾਇਆ ਗਿਆ, ਅੱਜ ਨਹੀਂ ਬਚਾਇਆ ਗਿਆ। ਨਾਲ ਹੀ ਲੱਗੂ, ਪਹਿਲੇ ਨਾ ਡਿੱਗੂ ਜਿਹੜਾ ਜੀ।